TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਬਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਪਸੰਦ ਆਵੇਗਾ। ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905 872 5259 ਦੇ ਉੱਤੇ ਸਾਡੇ ਨਾਲ ਤੁਸੀਂ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੈਗੇ ਹੋ। 9058725259 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈਗੀ ਆ। ਇਸ ਟਾਈਮ ਦੇ ਉੱਤੇ ਤੁਸੀਂ TV ਚੈਨਲ ਦੇ ਨਾਲ ਨਾਲ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਨੂੰ ਤੁਸੀਂ ਲਾਈਵ ਫੇਸਬੁੱਕ ਦੇ ਉੱਤੇ ਵੀ ਦੇਖ ਰਹੇ ਹੋ। ਇਸ ਤੋਂ ਇਲਾਵਾ ਬਾਬਾ ਇੰਟਰਟੇਨਮੈਂਟ ਦੇ ਉੱਤੇ ਦੇਖ ਰਹੇ ਹੋ ਤੇ ਹੋਰ ਬਹੁਤ ਸਾਰੇ ਜਿਹੜੀ ਸਾਡੀ ਵੈਬਸਾਈਟ ਹੈਗੀ ਆ ਉਸ 'ਤੇ ਵੀ ਤੁਸੀਂ ਦੇਖ ਰਹੇ ਹੋ। ਸਾਡੇ ਐਂਡਰੋਇਡ ਐਪ ਦੇ ਉੱਤੇ ਵੀ ਤੁਸੀਂ ਦੇਖ ਰਹੇ ਹੈਗੇ ਹੋ ਤੇ ਬਹੁਤ ਸਾਰੇ ਹੋਰ ਪਲੇਟਫਾਰਮ ਨੇ ਜਿਨ੍ਹਾਂ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਵਾਚ ਕਰ ਰਹੇ ਹੈਗੇ ਹੋ। ਸੋ ਮੈਂ ਤੁਹਾਡਾ ਧੰਨਵਾਦੀ ਹਾਂ। ਬਹੁਤ ਸਾਰੀ ਫੀਡਬੈਕ ਤੁਹਾਡੀ ਸਾਡੇ ਤੱਕ ਪਹੁੰਚਦੀ ਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਓ ਆਪਾਂ ਅੱਜ ਦੇ ਟੌਪਿਕ ਵੱਲ ਜਿਹੜਾ ਹੈ ਉਹ ਚੱਲਦੇ ਹੈਗੇ ਆ। ਜਿਹੜਾ ਮੈਂ ਅੱਜ ਟੌਪਿਕ ਲਿਆ ਹੈਗਾ ਉਹ ਬਹੁਤ ਜ਼ਿਆਦਾ ਗੰਭੀਰ ਆ। ਸਾਡੀ ਨਜ਼ਰ ਇਸ ਵੱਲ ਬਹੁਤ ਘੱਟ ਜਾਂਦੀ ਆ ਜਾਂ ਅਸੀਂ ਇਸ ਬਾਰੇ ਸ਼ਾਇਦ ਘੱਟ ਸੋਚਦੇ ਹੈਗੇ ਆ। ਸਾਡੀ ਜਿਹੜੀ ਟੀਮ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਵਾਲੇ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਸੋ ਮੈਂ ਅੱਜ ਆਰਥਿਕਤਾ ਦੇ ਪੱਖ ਨੂੰ ਲੈ ਕੇ ਜਿਹੜੀ ਆਰਥਿਕਤਾ ਦੀ ਦੌੜ ਲੱਗੀ ਹੋਈ ਆ ਇਸ ਟਾਈਮ ਦੇ ਉੱਤੇ, ਉਹਦੇ ਵਿੱਚ ਮਨੁੱਖਤਾ ਨੂੰ ਕਿਵੇਂ ਬਚਾਇਆ ਜਾ ਸਕਦਾ, ਮਨੁੱਖਤਾ ਕਿਵੇਂ ਬਚ ਸਕਦੀ ਹੈਗੀ ਆ। ਸੋ ਬਹੁਤ ਸਾਰੇ ਪਹਿਲੂ ਨੇ, ਉਹਨਾਂ ਦੇ ਉੱਤੇ ਅਸੀਂ 1 ਬਾਈ 1 ਜਿਹੜੀ ਆ ਉਹ ਨਜ਼ਰ ਮਾਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਆਪਾਂ ਕਰ ਲੈਂਦੇ ਹਾਂ ਮੌਜੂਦਾ ਹਾਲਾਤ ਦੇ ਉੱਤੇ ਜੋ ਇਸ ਟਾਈਮ ਦੇ ਉੱਤੇ ਸਾਡੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ। ਉੱਥੋਂ ਹੀ ਗੱਲਬਾਤ ਆਪਾਂ ਸ਼ੁਰੂ ਕਰ ਦਿੰਦੇ ਹਾਂ। ਸੋ ਉੱਥੇ ਜਿਹੜੀ ਗੱਲਬਾਤ ਸ਼ੁਰੂਆਤ ਹੋਈ, ਜਿਹੜੀ ਵੀ ਆਪਣਾ ਪੰਜਾਬ ਤੋਂ ਚੱਲਿਆ, ਹਰਿਆਣਾ ਇਕੱਠਾ ਹੋਇਆ, ਬਹੁਤ ਹੋਰ ਸਾਰੇ ਸਟੇਟਾਂ ਜਿੰਨੀਆਂ ਵੀ ਥੋੜ੍ਹਾ ਬਹੁਤ ਰੂਪ ਦੇ ਵਿੱਚ ਉੱਥੇ ਇਕੱਠੀਆਂ ਹੋਈਆਂ। ਸੋ ਜਦੋਂ ਤੁਸੀਂ ਉਸ ਨੂੰ ਖੰਗਾਲਦੇ ਹੋ, ਤੁਸੀਂ ਉਸ ਨੂੰ ਚੀਜ਼ ਨੂੰ ਦੇਖਦੇ ਹੋ, ਸਾਰੇ ਹੀ ਤੁਹਾਡੇ ਪਿਕਚਰ ਤੁਹਾਡੇ ਸਾਹਮਣੇ ਆਉਂਦੀ ਆ, ਤਸਵੀਰਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ, ਤਾਂ ਉੱਥੇ ਜਿਹੜੀ ਗੱਲ ਕੀਤੀ ਜਾਂਦੀ ਹੈਗੀ ਆ ਉਹ ਸਿੱਧੀ ਸਿੱਧੀ ਤੇ ਆਰਥਿਕਤਾ ਦੇ ਨਾਲ ਜੁੜੀ ਹੋਈ ਹੈਗੀ ਆ। ਲੇਕਿਨ ਜਿਹੜੀ ਉੱਥੇ ਗੱਲ ਕੀਤੀ ਜਾਂਦੀ ਆ, ਉੱਥੇ ਦੇ ਜਿਹੜੇ ਮੇਨ ਇਸ ਟਾਈਮ ਦੇ ਉੱਤੇ ਲੀਡ ਕਰ ਰਹੇ ਲੀਡਰ ਵੀ ਨੇ ਜਾਂ ਉੱਥੇ ਹੋਰ ਵੀ ਜਿਹੜੇ ਕੋਈ ਲੋਕ ਆਪਣੇ ਵਿਚਾਰ ਰੱਖਦੇ ਨੇ, ਉਹ ਸਿਰਫ ਗੱਲ ਆਰਥਿਕਤਾ ਦੀ ਕਰਦੇ ਨੇ। ਆਰਥਿਕਤਾ ਦੇ ਨਾਲ ਹੀ ਸੰਬੰਧਿਤ ਗੱਲਬਾਤ ਕੀਤੀ ਜਾਂਦੀ ਆ। ਜਦੋਂ ਤੁਸੀਂ ਇਹਨੂੰ ਬਾਹਰੀ ਰੂਪ ਦੇ ਵਿੱਚ ਦੇਖੋਗੇ ਤਾਂ ਇਹ ਗੱਲ ਬਿਲਕੁਲ ਠੀਕ ਲੱਗਦੀ ਆ ਤੇ ਹੈ ਵੀ ਠੀਕ, ਬਟ ਜਦੋਂ ਤੁਸੀਂ ਇਹਨੂੰ ਅੰਦਰੂਨੀ ਪੱਖ ਦੇ ਵਿੱਚ ਦੇਖਦੇ ਹੈਗੇ ਹੋ ਤਾਂ ਕੁਝ ਸੱਜਣ ਉੱਥੇ ਆ ਕੇ ਕਈ ਵਾਰੀ ਜਿਹੜੇ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਮੇਰੀ ਨਜ਼ਰ ਰੱਖਦੇ ਨੇ, ਚੰਗੇ ਸੂਝਵਾਨ ਨੇ, ਉਹ ਕਈ ਵਾਰੀ ਗੱਲ ਜਿਹੜੀ ਆ ਉਹ ਗੱਲ ਇੱਥੋਂ ਤੱਕ ਜਦੋਂ ਕਰਦੇ ਨੇ ਕਿ ਇਹ ਇਕੱਲੀ ਸਾਡੀ ਆਰਥਿਕਤਾ ਦੀ ਲੜਾਈ ਨਹੀਂ, ਇਹ ਸਾਡੀ ਹੋਂਦ ਦੀ ਲੜਾਈ ਆ। ਸੋ ਜਿਹੜੀ ਹੋਂਦ ਦੀ ਲੜਾਈ ਵਿੱਚ ਲਫ਼ਜ਼ ਵਰਤਦੇ ਨੇ ਤੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕਾਂ ਕੋਲ ਮਾਈਕ ਖੋਲ੍ਹਿਆ ਜਾਂਦਾ ਜਾਂ ਬਹੁਤ ਸਾਰੇ ਲੋਕਾਂ ਨੂੰ ਹਟਾ ਦਿੱਤਾ ਜਾਂਦਾ ਜਾਂ ਬਹੁਤ ਸਾਰੇ ਲੋਕਾਂ ਦਾ ਸਮਾਂ ਕੱਟ ਦਿੱਤਾ ਜਾਂਦਾ ਜਾਂ ਬਹੁਤ ਸਾਰੇ ਲੋਕਾਂ ਨੂੰ ਬੋਲਣ ਤੋਂ ਜਿਹੜਾ ਹੈ ਉਹ ਗਰੇਜ਼ ਕਰਨ ਦੀ ਹਦਾਇਤ ਜਿਹੜੀ ਆ ਉਹ ਜਾਰੀ ਕਰ ਦਿੱਤੀ ਜਾਂਦੀ ਆ। ਸੋ ਆਪਾਂ ਜਾਣਦੇ ਹਾਂ ਜਿੱਦਾਂ ਕਿ ਜਿਹੜੇ ਉੱਥੇ ਲੋਕ ਇਸ ਟਾਈਮ ਦੇ ਉੱਤੇ ਕਾਬਜ਼ ਨੇ ਸਿੱਧੇ ਸਿੱਧੇ ਰੂਪ ਦੇ ਵਿੱਚ, ਜਾਂ ਜਿਹੜੇ ਬੰਦੇ ਉੱਥੇ ਨੁਮਾਇੰਦਗੀ ਕਰ ਰਹੇ ਨੇ ਇਸ ਟਾਈਮ ਦੇ ਉੱਤੇ, ਉਹ ਸਾਰੇ ਜਿਹੜੇ ਨੇ ਉਹ ਇੱਕ ਵਿਚਾਰਧਾਰਾ ਨੂੰ ਜਿਹੜੇ ਨੇ ਉਹ ਸਮਰਪਿਤ ਹੈਗੇ ਨੇ। ਉਹ ਮਾਰਕਸਵਾਦ ਦੀ ਜਿਹੜੀ ਹੈਗੀ ਏ ਵਿਚਾਰਧਾਰਾ, ਉਹਦੇ ਤੇ ਵੱਲ ਜ਼ਿਆਦਾ ਖਿੱਚੇ ਹੋਏ ਨੇ ਤੇ ਉਸ ਦੇ ਅਨੁਸਾਰ ਹੀ ਉਹ ਗੱਲਬਾਤ ਕਰਦੇ ਨੇ। ਸੋ ਉੱਥੇ ਸਿਰਫ ਲੜਾਈ ਜਿਹੜੀ ਲੜਾਈ ਦੀ ਉਹਨਾਂ ਨੂੰ ਸਮਝ ਆ ਜਾਂ ਜਿਸ ਤਰ੍ਹਾਂ ਦੀ ਉਹ ਲੜਾਈ ਲੜ ਰਹੇ ਨੇ ਜਾਂ ਜਿੱਦਾਂ ਦੀ ਲੜਾਈ ਨੂੰ ਉਹਨਾਂ ਦੀ ਪੇਸ਼ਕਾਰੀ ਹੈਗੀ ਆ, ਉਹਦੇ ਵਿੱਚ ਸਿਰਫ ਆਰਥਿਕਤਾ ਦਾ ਪੱਖ ਹੀ ਜਿਹੜਾ ਨਜ਼ਰ ਤੁਹਾਨੂੰ ਆਏਗਾ। ਸੋ ਆਰਥਿਕਤਾ ਜ਼ਰੂਰੀ ਆ, ਪਰ ਆਰਥਿਕਤਾ ਮਨੁੱਖ ਦੇ ਉੱਤੋਂ ਜ਼ਰੂਰੀ ਤਾਂ ਨਹੀਂ ਨਾ ਹੈ। ਜੇ ਮਨੁੱਖ ਹੈ ਤਾਂ ਆਰਥਿਕਤਾ ਹੈ ਨਾ। ਜੇ ਮਨੁੱਖਤਾ ਹੈ ਤਾਂ ਹੀ ਆਰਥਿਕਤਾ ਬਣ ਸਕਦੀ ਆ। ਜੇ ਮਨੁੱਖ ਦੀ ਆਪਣੀ ਹੋਂਦ ਖਤਰੇ ਦੇ ਵਿੱਚ ਆ ਜਾਂ ਮਨੁੱਖ ਦਾ ਆਪਣਾ ਜਿਹੜਾ ਜਨ ਜੀਵਨ ਹੀ ਖਤਰੇ ਦੇ ਵਿੱਚ ਆ,
ਉੱਥੇ ਫਿਰ ਆਰਥਿਕਤਾ ਤਾਂ ਇਕੱਲੀ ਜਿਹੜੀ ਆ ਉਹ ਨਾ ਤਾਂ ਤੁਹਾਡੇ ਇਕੱਲੇ ਖੇਤਾਂ ਦੇ ਨਾਲ ਹੋਣੀ ਆ, ਨਾ ਤੁਹਾਡੀਆਂ ਇਕੱਲੀਆਂ ਉੱਥੇ ਇੰਡਸਟਰੀ ਨਾਲ ਹੋਣੀ ਆ, ਨਾ ਤੁਹਾਡੇ ਕਿਸੇ ਹੋਰ ਚੀਜ਼ ਦੇ ਨਾਲ ਹੋਣੀ ਆ। ਆਰਥਿਕਤਾ ਜੁੜੀ ਤਾਂ ਆਫਟਰ ਆਲ ਜਿਹੜੀ ਆ ਉਹ ਮਨੁੱਖਤਾ ਦੇ ਨਾਲ ਹੈਗੀ ਆ ਨਾ। ਸੋ ਅਸੀਂ ਆਰਥਿਕਤਾ ਨੂੰ ਮਨੁੱਖਤਾ ਤੋਂ ਉੱਚਾ ਕਰਕੇ ਜਿਹੜਾ ਸਾਨੂੰ ਦੇਖਣ ਦੀ ਇੱਕ ਇਹੋ ਜਿਹੀ ਇਕਨੋਮਿਕਸ ਦੇ ਤੌਰ ਦੇ ਉੱਤੇ ਸਾਨੂੰ ਦਿਖਾਈ ਜਾ ਰਹੀ ਹੈਗੀ ਆ, ਉਹ ਉੱਤੇ ਦਿਖਾਈ ਜਾ ਰਹੀ ਹੈ ਤੇ ਮਨੁੱਖ ਜਿਹੜਾ ਉਸ ਤੋਂ ਨੀਵਾਂ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈਗਾ। ਸੋ ਇਹ ਵੀ ਇੱਕ ਵੱਡਾ ਕਾਰਨ ਆ ਕਿ ਜਿਹਦੇ ਕਰਕੇ ਜਿੱਥੇ ਮਨੁੱਖਤਾ ਦੀ ਗੱਲ ਕੀਤੀ ਜਾਂਦੀ ਆ ਜਾਂ ਮਨੁੱਖਤਾ ਵਾਸਤੇ ਗੱਲ ਕੀਤੀ ਜਾਂਦੀ ਆ, ਤੇ ਉੱਥੇ ਸ਼ਾਇਦ ਉਹਨਾਂ ਦੇ ਇਹ ਦਾਇਰੇ ਤੋਂ ਬਾਹਰ ਦੀਆਂ ਚੀਜ਼ਾਂ ਨੇ, ਉਹਨਾਂ ਦੀਆਂ ਸਮਝ ਤੋਂ ਬਾਹਰ ਦੀਆਂ ਚੀਜ਼ਾਂ ਨੇ। ਉਹਨਾਂ ਨੂੰ ਇਦਾਂ ਲੱਗਦਾ ਕਿ ਸ਼ਾਇਦ ਇਹ ਇੱਕ ਮਨੁੱਖਤਾ ਦੀ ਗੱਲ ਹੋਈ ਆ ਤੇ ਇਹ ਇੱਕ ਧਾਰਮਿਕ ਪੱਖ ਹੈਗਾ, ਤੇ ਇਹਨੂੰ ਜਿਹੜਾ ਹੈ ਇੱਥੇ ਪ੍ਰਚਾਰਨਾ ਜਾਂ ਇਹਦੇ ਤੇ ਵਿਚਾਰ ਕਰਨੀ ਜਿਹੜੀ ਆ ਉਹ ਗਲਤ ਹੈਗੀ ਆ। ਸੋ ਆਰਥਿਕਤਾ ਦਾ ਪੱਖ ਜਿਹੜਾ ਹੈ ਉਹ ਇੰਨਾ ਕੁ ਉੱਚਾ ਕਰ ਦਿੱਤਾ ਗਿਆ ਕਿ ਜਿਹਦੇ ਵਿੱਚ ਮਨੁੱਖ ਜਿਹੜਾ ਹੈਗਾ ਉਹ ਬਹੁਤ ਬੌਣਾ ਕਰਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ, ਜਿਹਦੇ ਕਾਰਨ ਕਰਕੇ ਬਹੁਤ ਸਾਰੇ ਉੱਥੇ ਮਸਲੇ ਖੜੇ ਹੋਏ ਤੇ ਹੋ ਰਹੇ ਨੇ ਤੇ ਹੁੰਦੇ ਹੀ ਰਹਿਣਗੇ। ਕਿਉਂਕਿ ਇੱਕ ਜਦੋਂ ਤੁਹਾਡੀ ਸਮਝ, ਤੁਹਾਡੀ ਵਿਚਾਰਧਾਰਾ ਜਿਹੜੀ ਆ ਉਹ ਤੁਹਾਨੂੰ ਇਹ ਪ੍ਰੇਰ ਰਹੀ ਹੋਵੇ ਕਿ ਸਾਡੀ ਲੜਾਈ ਸਿਰਫ ਜਿਹੜੀ ਹੈਗੀ ਆ ਉਹ ਮਨੁੱਖਤਾ ਦੇ ਪੱਖ ਤੋਂ ਨਹੀਂ ਹੈਗੀ, ਸਾਡੀ ਲੜਾਈ ਜਿਹੜੀ ਆਰਥਿਕਤਾ ਦੇ ਪੱਖ ਤੋਂ ਆ। ਇੱਕ ਉਹ ਕਿ ਜਿਹੜੇ ਲੋਕ ਇਹ ਨੇ ਕਿ ਜਿਹੜੇ ਆਰਥਿਕਤਾ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਰਾਜ ਕਰ ਰਹੇ ਨੇ, ਤੇ ਇੱਕ ਉਹ ਧਿਰ ਜਿਹੜੀ ਉਹਨਾਂ ਦੇ ਆਰਥਿਕਤਾ ਦੇ ਪੱਖ ਤੋਂ ਜਿਹੜੀ ਹੈ ਇਨਕਾਰੀ ਨਹੀਂ, ਲੇਕਿਨ ਉਸ ਆਰਥਿਕਤਾ ਦੇ ਪੱਖ ਨੂੰ ਬਰਾਬਰਤਾ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਆਰਥਿਕ ਪੱਖ ਬਰਾਬਰ ਤੁਸੀਂ ਕਰ ਦਿਓ ਤੇ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਬਿਲਕੁਲ ਜਿਹੜਾ ਉਹ ਠੀਕ ਹੋ ਜਾਏਗਾ। ਜਦ ਕਿ ਜਿਹੜਾ ਕੈਪੀਟਲਿਜ਼ਮ ਹੈਗਾ, ਜਿਹੜਾ ਮਨੁੱਖਤਾ ਦੇ ਉੱਤੇ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਹੋ ਚੁੱਕਿਆ ਹੈਗਾ, ਉਹਨੂੰ ਤੁਸੀਂ ਆਰਥਿਕਤਾ ਦੇ ਪੱਖ ਦੇ ਨਾਲ ਲੜ ਕੇ ਨਾ ਤਾਂ ਹਰਾ ਸਕਦੇ ਹੋ, ਨਾ ਹੀ ਉਸ ਤੋਂ ਤੁਸੀਂ ਜਿੱਤ ਸਕਦੇ ਹੈਗੇ ਹੋ। ਇਹ ਬੜੀ ਸਪਸ਼ਟ ਜੀ ਗੱਲ ਹੈਗੀ ਆ, ਕਿਉਂਕਿ ਜਿਹੜੇ ਉਹ ਆਰਥਿਕਤਾ ਪੱਖ ਨੂੰ ਆਪਣਾ ਸਮਝਦੇ ਨੇ, ਜਾਂ ਸਿੱਧੇ ਰੂਪ ਦੇ ਵਿੱਚ ਕਹਿਣਾ ਹੋਵੇ ਕਿ ਜਿਹੜੇ ਵੱਡੇ ਅੰਪਾਇਰ ਨੇ, ਵੱਡੇ ਬਿਜ਼ਨਸਮੈਨ ਨੇ, ਜਿਹੜੇ ਇਸ ਤਕਰੀਬਨ 8.25 ਬਿਲੀਅਨ ਜਿਹੜੇ ਲੋਕਾਂ ਦੇ ਉੱਤੇ ਰਾਜ ਕਰਦੇ ਪਏ ਨੇ, ਉਹਨਾਂ ਦੇ ਵਾਸਤੇ ਜਿਹੜਾ ਮਨੁੱਖ ਆ ਉਹ ਇੱਕ ਗਿਣਤੀ ਦੇ ਰੂਪ ਦੇ ਵਿੱਚ ਹੈ। ਉਹ ਗਿਣਤੀ ਆ ਉਹਨਾਂ ਵਾਸਤੇ ਕਿ ਇੰਨੇ ਬਿਲੀਅਨ ਲੋਕ ਨੇ, ਅਸੀਂ ਇਹਨਾਂ ਦੇ ਉੱਤੇ, ਇਹਨਾਂ ਦੇ ਦਿਮਾਗ ਦੇ ਉੱਤੇ, ਇਹਨਾਂ ਦੇ ਸਰੀਰ ਦੇ ਉੱਤੇ ਅਸੀਂ ਰਾਜ ਕਿਸ ਤਰ੍ਹਾਂ ਦੇ ਨਾਲ ਕਰਨਾ ਹੈਗਾ। ਸੋ ਉਹਨਾਂ ਵਾਸਤੇ ਉਹ ਗਿਣਤੀ ਹੈਗੀ ਆ, ਤੇ ਅਸੀਂ ਉਸ ਗਿਣਤੀ ਦੇ ਵਿੱਚ ਆਉਂਦੇ ਹੋਏ ਅਸੀਂ ਉਹਨਾਂ ਨਾਲ ਸਿੱਧੀ ਜਿਹੜੀ ਆ ਉਹ ਟੱਕਰ ਲੈਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਅਸੀਂ ਤੁਹਾਡੀ ਇਸ ਚੀਜ਼ ਨੂੰ ਨਹੀਂ ਮੰਨਦੇ, ਜਾਂ ਅਸੀਂ ਤੁਹਾਡੀ ਇਸ ਮਿਣਤੀ ਨੂੰ ਇਨਕਾਰੀ ਆ। ਪਰ ਅਸੀਂ ਜਿੰਨੇ ਮਰਜ਼ੀ ਇਨਕਾਰੀ ਹੋ ਜਾਈਏ ਉਹਨਾਂ ਦੇ ਰੂਪ ਦੇ ਵਿੱਚ ਤਾਂ ਅਸੀਂ ਮਿਣਤੀਆਂ ਦੇ ਵਿੱਚ ਹਮੇਸ਼ਾ ਹੀ ਆਉਂਦੇ ਰਵਾਂਗੇ, ਆਉਂਦੇ ਹਾਂ ਤੇ ਆਉਂਦੇ ਹੀ ਰਵਾਂਗੇ। ਲੇਕਿਨ ਸਾਡੇ ਵਾਸਤੇ ਸਵਾਲ ਇਹ ਖੜਾ ਹੁੰਦਾ ਹੈਗਾ ਕਿ ਸਾਡੀ ਜਿਹੜੀ ਲੜਾਈ ਹੈਗੀ ਆ ਉਹ ਹੋਣੀ ਤਾਂ ਇਹ ਨਾਲ ਚਾਹੀਦੀ ਹੈਗੀ ਆ, ਆਰਥਿਕ ਪੱਖ ਨੂੰ ਤੁਸੀਂ ਉਭਾਰੋ, ਆਰਥਿਕ ਪੱਖ ਰੱਖੋ, ਜਿਹੜਾ ਸੌਖਾ ਸਮਝ ਆ ਜਾਂਦਾ। ਜੇ ਆਪਾਂ ਪੰਜਾਬੀ 'ਚ ਕਹਿਣਾ ਹੋਵੇ ਤਾਂ ਬਹੁਤ ਸੌਖਾ ਸਮਝ ਆ ਜਾਂਦਾ। ਜੇ ਕਿਸੇ ਆਮ ਵਿਅਕਤੀ ਨੂੰ ਇਹ ਕਹਿਣਾ ਹੋਵੇ ਕਿ ਤੈਨੂੰ ਇਹਦੇ 'ਚ ਨਫਾ ਜਾਂ ਨੁਕਸਾਨ ਕੀ ਆ, ਤਾਂ ਉਹਦਾ ਸਿੱਧਾ ਜਿਹੜਾ ਧਿਆਨ ਜਿਹੜਾ ਉਹ ਜਾਂਦਾ ਹੈਗਾ ਉਹ ਆਰਥਿਕਤਾ ਵੱਲ ਜਾਂਦਾ ਹੈਗਾ। ਜੇ ਕਿਸੇ ਆਮ ਵਿਅਕਤੀ ਨੂੰ ਇਹ ਕਹਿਣਾ ਹੋਵੇ ਕਿ ਤੈਨੂੰ ਇਹਦੇ ਵਿੱਚ ਫਾਇਦਾ, ਤੇ ਕੁਦਰਤੀ ਗੱਲ ਆ ਕਿ ਆਮ ਬੰਦਾ ਇਨਕਲੂਡਿੰਗ ਮਾਈਸੈਲਫ, ਹਰ ਬੰਦਾ ਹੀ ਇਹ ਸੋਚੇਗਾ ਕਿ ਮੇਰੀ ਆਰਥਿਕਤਾ ਇੱਥੇ ਮਜ਼ਬੂਤ ਹੋ ਸਕਦੀ ਹੈ, ਜਾਂ ਮੈਂ ਆਰਥਿਕ ਪੱਖ ਤੋਂ ਮਜ਼ਬੂਤ ਹੋ ਸਕਦਾ, ਤਾਂ ਮੇਰਾ ਪੱਖ ਇਸ ਸਾਈਡ ਨੂੰ ਜਾਂਦਾ ਤੇ ਮੈਂ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਹੈ ਉਹ ਲੜਾਈ ਜਿਹੜੀ ਆ ਉਹ ਲੜਾਂ। ਪਰ ਲੜਾਈ ਜਿਹਦੇ ਨਾਲ ਲੜ ਰਿਹਾ ਉਹ ਤਾਂ ਬਹੁਤ ਵੱਡਾ ਮਜ਼ਬੂਤ ਹੈਗਾ, ਉਹਨੇ ਤਾਂ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਇਸ ਮਨੁੱਖਤਾ ਨੂੰ ਚਲਾਉਣ ਦੀ ਜਿਹੜੀ ਉਹ ਪਾਵਰ ਜਾਂ ਉਹ ਆਪਣੀ ਜਿਹੜੀ ਸ਼ਕਤੀ ਹੈਗੀ ਆ ਉਹ ਰੱਖਦਾ। ਇੱਥੇ ਆਣ ਕੇ ਅਸੀਂ ਜਿਹੜੀ ਆ ਉਹ ਇੱਕ ਸਾਡੇ ਤੇ ਵਹਿਮ ਤੇ ਭਰਮ ਜਿਹੜਾ ਉਹ ਪੈ ਜਾਂਦਾ ਹੈਗਾ। ਸੋ ਅੱਜ ਜਿਹੜਾ ਡਿਜੀਟਲ ਵਰਲਡ ਹੈਗਾ, ਡਿਜੀਟਲ ਜਿਹੜਾ ਇਸ ਟਾਈਮ ਦੇ ਉੱਤੇ ਦੁਨੀਆ ਬਣ ਚੁੱਕੀ ਹੈਗੀ ਆ, ਇਹਦੇ ਵਿੱਚ ਮਨੁੱਖ ਜਿਹੜਾ ਹੈਗਾ ਨਾ ਉਹ ਬਚ ਨਹੀਂ ਇਸ ਤਰ੍ਹਾਂ ਦੇ ਨਾਲ ਸਕਦਾ ਹੈਗਾ। ਕਿਉਂਕਿ ਜੇ ਅਸੀਂ
ਇੱਕ ਪੱਖ ਨੂੰ ਲੈ ਕਿ ਅਸੀਂ ਜਿੱਦਾਂ ਫਾਰ ਐਗਜ਼ਾਮਪਲ ਕਿ ਆਪਾਂ ਇਹ ਕਿਹਾ ਜਾਵੇ ਕਿ ਆਪਾਂ ਪਿੱਛੇ ਕੁਝ ਸਮੇਂ ਦੌਰਾਨ ਜਦੋਂ ਕਿਸਾਨੀ ਸੰਘਰਸ਼ ਚੱਲਿਆ ਤੇ ਆਪਾਂ ਇੱਕ ਗਰੁੱਪ ਰਿਲਾਇੰਸ ਗਰੁੱਪ ਜਾਂ ਅਡਾਨੀ ਗਰੁੱਪ ਜਾਂ ਜਿਹੜੇ ਇਹ ਗਰੁੱਪ ਸੀਗੇ ਇਹਨਾਂ ਦੇ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਇਹਨਾਂ ਦੇ ਸਰਵਿਸ ਪ੍ਰੋਵਾਈਡ ਕਰਦੇ ਨੇ ਜਾਂ ਉਹ ਮੋਬਾਈਲ ਫੋਨ ਦੀ ਸਰਵਿਸ ਪ੍ਰੋਵਾਈਡ ਕਰਦੇ ਨੇ ਜਾਂ ਇਹਨਾਂ ਦੇ ਗੈਸ ਸਟੇਸ਼ਨ ਪੰਪ ਨੇ ਯਾਨੀ ਕਿ ਪੈਟਰੋਲ ਪੰਪ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸਾਰੀਆਂ ਚੀਜ਼ਾਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਨੇ। ਪਰ ਆਪਾਂ ਇਹ ਸੋਚਦੇ ਹੈਗੇ ਆ ਕਿ ਇਹਨਾਂ ਨੂੰ ਬੰਦ ਕਰਕੇ ਮਨੁੱਖ ਦਾ ਜਿਹੜਾ ਜੀਵਨ ਹੈਗਾ ਉਹ ਚੱਲ ਸਕਦਾ। ਆਪਾਂ ਕੋਸ਼ਿਸ਼ ਤਾਂ ਇਹ ਕਰਦੇ ਆ ਕਿ ਅਸੀਂ ਇੱਕ ਵੱਡੇ ਅੰਪਾਇਰ ਨੂੰ ਜਿਹੜਾ ਹੈ ਉਹ ਥੱਲੇ ਸੁੱਟੀਏ ਜਾਂ ਉਸ ਨੂੰ ਉਹਦੀ ਮੱਤ ਜਿਹੜੀ ਆ ਉਹ ਟਿਕਾਣੇ ਲੈ ਕੇ ਆਈਏ। ਸੋ ਆਰਥਿਕਤਾ ਨੂੰ ਲੜਾਈ ਕਰਨ ਵਾਸਤੇ ਅਸੀਂ ਇੱਕ ਬੰਦੇ ਨੂੰ ਅਸੀਂ ਟਾਰਗੇਟ ਕਰ ਰਹੇ ਆ ਲੇਕਿਨ ਉਹਦੇ ਨਾਲ ਦਾ ਉਹਦਾ ਹੀ ਭਰਾ ਉਹਦੇ ਵਰਗਾ ਹੀ ਜਿਹੜਾ ਹੋਰ ਅੰਪਾਇਰ ਹੈਗਾ ਉਸ ਨੂੰ ਅਸੀਂ ਜਿਹੜਾ ਹੈ ਕਹਿ ਰਹੇ ਹਾਂ ਕਿ ਕੋਈ ਗੱਲ ਨਹੀਂ ਇਸ ਨੂੰ ਛੱਡ ਕੇ ਕਿਉਂਕਿ ਇਹ ਸਾਡੇ ਦੁਸ਼ਮਣ ਨੇ, ਇਹ ਜਿਹੜੇ ਦੂਸਰੇ ਬੰਦੇ ਨੇ ਇਹ ਸਾਡੇ ਸ਼ਾਇਦ ਦੋਸਤ ਨੇ। ਸੋ ਉਹ ਵੀ ਉਹਨਾਂ ਵਰਗੇ ਨੇ, ਉਹਨਾਂ ਦੇ ਵਿੱਚ ਫਰਕ ਤਾਂ ਕੋਈ ਨਹੀਂ ਹੈਗਾ। ਸੋ ਅਸੀਂ ਲੜ ਫਿਰ ਕਿਹਦੇ ਨਾਲ ਰਹੇ ਆ, ਲੜਾਈ ਸਾਡੀ ਕਿਹਦੀ ਹੈਗੀ ਆ, ਸਾਡਾ ਵਖਰੇਵਾਂ ਕੀ ਆ, ਅਸੀਂ ਵੱਖ ਕਿਵੇਂ ਕਰ ਸਕਦੇ ਹੈਗੇ ਆ। ਸੋ ਜਿੱਥੇ ਗੱਲ ਕੱਲੀ ਆਰਥਿਕਤਾ ਦੀ ਨਹੀਂ ਹੋਣੀ ਚਾਹੀਦੀ, ਮਨੁੱਖਤਾ ਦੀ ਵੀ ਨਾਲ ਹੋਣੀ ਚਾਹੀਦੀ ਆ ਕਿਉਂਕਿ ਮਨੁੱਖ ਹੈ ਤਾਂ ਆਰਥਿਕਤਾ ਹੈ। ਸੋ ਮਨੁੱਖਤਾ ਦੀ ਪ੍ਰੇਰਨਾ ਸਰੋਤ ਕੀ ਹੋਣਾ ਚਾਹੀਦਾ, ਉਹ ਇਹ ਹੋਣਾ ਚਾਹੀਦਾ ਕਿ ਪ੍ਰੇਰਨਾ ਸਰੋਤ ਤੁਹਾਡਾ ਜਿਹੜਾ ਤੁਹਾਡੀ ਆਪਣੀ ਵਿਚਾਰਧਾਰਾ ਜਿਹੜੀ ਸਰਬੱਤ ਦੇ ਭਲੇ ਨੂੰ ਬਿਲੋਂਗ ਕਰਦੀ ਹੋਵੇ, ਸਰਬੱਤ ਦੇ ਭਲਾ ਮੰਗਦੀ ਹੋਵੇ, ਮਨੁੱਖਤਾ ਵਾਸਤੇ ਜਾਂ ਮਨੁੱਖ ਵਾਸਤੇ ਖੜੀ ਹੋਵੇ। ਉਸ ਵਿਚਾਰਧਾਰਾ ਨੂੰ ਅਗਰ ਕੋਈ ਚੀਜ਼ ਸਮਰਪਿਤ ਹੈ, ਉਹ ਚੀਜ਼ ਜਦੋਂ ਤੁਸੀਂ ਅੱਗੇ ਲੈ ਕੇ ਆਉਂਦੇ ਹੈਗੇ ਹੋ ਤੇ ਉਦੋਂ ਉਹ ਦੂਸਰੇ ਜਿਹੜੇ ਲੋਕ ਨੇ ਜਾਂ ਦੂਜੇ ਜਿਹੜੇ ਈਵਨ ਕਿ ਤੁਹਾਡੇ ਨਾਲ ਲੜਨਾ ਤਾਂ ਉਹ ਚਾਹੁੰਦੇ ਨੇ, ਲੜ ਵੀ ਉਹ ਰਹੇ ਨੇ, ਲੇਕਿਨ ਉਹਨਾਂ ਦੀ ਜਿਹੜੀ ਨਜ਼ਰ ਆ, ਉਹਨਾਂ ਦੀ ਜਿਹੜੀ ਵਿਜ਼ਨ ਆ, ਉਹਦੇ ਵਿੱਚ ਬਹੁਤ ਵੱਡਾ ਅੰਤਰ ਆ, ਬਹੁਤ ਵੱਡਾ ਫਰਕ ਆ। ਉਸ ਫਰਕ ਦੇ ਕਾਰਨ ਸਟੇਜਾਂ ਦੇ ਉੱਤੇ, ਛੋਟੀਆਂ ਵੱਡੀਆਂ ਸਟੇਜਾਂ ਦੇ ਉੱਤੇ ਕਲੈਸ਼ ਜਿਹੜੇ ਨੇ ਹੁੰਦੇ ਨੇ, ਆਪਸ ਵਿੱਚ ਲੜਾਈਆਂ, ਆਪਸ ਵਿੱਚ ਵਿਚਾਰਕ ਮਤਭੇਦ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਸੋ ਗੱਲ ਜਦੋਂ ਆਪਾਂ ਫਿਰ ਸਿੱਧੀ ਇਹ ਗੱਲ ਕਰਦੇ ਹੈਗੇ ਆ ਕਿ ਜਦੋਂ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਆ ਤੇ ਜਦੋਂ ਫਿਰ ਅਸੀਂ ਐਗਜ਼ਾਮਪਲ ਦੇਣ ਤੁਰਾਂਗੇ ਤਾਂ ਫਿਰ ਅਸੀਂ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਆ ਮਨੁੱਖਤਾ ਦੇ ਭਲੇ ਦੀ ਲੇਟੈਸਟ ਧਰਮ ਸਿੱਖ ਧਰਮ ਦੀ ਗੱਲ ਕਰਾਂਗੇ। ਜਦੋਂ ਸਿੱਖ ਧਰਮ ਦੀ ਗੱਲ ਕਰਾਂਗੇ, ਸਿੱਖ ਪਰੰਪਰਾਵਾਂ ਦੀ ਗੱਲ ਕਰਾਂਗੇ, ਸਿੱਖ ਪਰੰਪਰਾਵਾਂ ਦੀ ਗੱਲ ਕਰਾਂਗੇ ਤਾਂ ਫਿਰ ਸਿੱਖ ਸਿਧਾਂਤਾਂ ਦੀ ਗੱਲ ਕਰਾਂਗੇ। ਜਦੋਂ ਸਿੱਖ ਸਿਧਾਂਤਾਂ ਦੀ ਗੱਲ ਕਰਾਂਗੇ ਤੇ ਫਿਰ ਤੁਹਾਨੂੰ ਇੱਕ ਜਿਹੜਾ ਲਫ਼ਜ਼ ਤੁਹਾਡੇ ਤੇ ਤੁਹਾਨੂੰ ਗਰਦਾਨ ਦਿੱਤਾ ਜਾਏਗਾ ਜੀ ਇਹ ਤਾਂ ਜੀ ਕੱਟੜਪੰਥੀ ਨੇ, ਇਹ ਤਾਂ ਜੀ ਅਲੱਗ ਵਿਚਾਰਧਾਰਾ ਨੂੰ ਕਰਦੇ ਨੇ। ਸਾਡੀ ਵਿਚਾਰਧਾਰਾ ਜਾਂ ਸਾਡੀ ਜਿਹੜੀ ਲੜਾਈ ਆ ਉਹ ਅਲੱਗ ਹੈਗੀ ਆ, ਜਾਂ ਸਾਡੀ ਲੜਾਈ ਜਿਹੜੀ ਆ ਉਹ ਬਿਲਕੁਲ ਅਲੱਗ ਹੈ। ਜਦ ਕਿ ਜੇ ਤੁਸੀਂ ਇੱਕ ਮਨੁੱਖਤਾ ਦੀ ਲੜਾਈ ਲੜੋਗੇ ਤਾਂ ਉਹਦੇ ਵਿੱਚ ਆਰਥਿਕ ਪੱਖ ਜਿਹੜਾ ਹੈਗਾ ਉਹ ਆਪਣੇ ਆਪ ਹੀ ਸ਼ਾਮਲ ਹੋ ਜਾਵੇਗਾ। ਜੇ ਮਨੁੱਖ ਹੈ ਤਾਂ ਮੈਂ ਪਹਿਲਾਂ ਜਿੱਦਾਂ ਗੱਲ ਕਰ ਰਿਹਾ ਕਿ ਮਨੁੱਖ ਹੈ ਤਾਂ ਆਰਥਿਕਤਾ ਹੈ, ਜੇ ਮਨੁੱਖ ਹੀ ਨਹੀਂ ਆਰਥਿਕਤਾ ਕਿਵੇਂ ਮਜ਼ਬੂਤ ਹੋਏਗੀ। ਆਫਟਰ ਆਲ ਤਾਂ ਜਿਹੜਾ ਬੰਦਾ, ਜਿਹੜੇ ਅੰਪਾਇਰ, ਜਿਹੜੇ ਬਿਜ਼ਨਸਮੈਨ, ਜਿਹੜੇ ਵੱਡੇ ਲੋਕ ਇਸ ਮਨੁੱਖਤਾ ਦੇ ਉੱਤੇ ਰਾਜ ਕਰਦੇ ਨੇ ਉਹ ਤੁਹਾਡੀ ਗਿਣਤੀ ਨੂੰ ਦੇਖ ਕੇ ਰਾਜ ਕਰ ਰਹੇ ਨੇ ਨਾ। ਉਹ ਕਿਸੇ, ਜੇ ਉਹ ਸਾਰੀ ਦੁਨੀਆ ਨੂੰ ਇੱਕ ਸਾਈਡ ਦੇ ਉੱਤੇ ਕਰਨ ਤੇ ਕੱਲੀ ਧਰਤੀ ਜਿਹੜੀ ਬਿਲਕੁਲ ਪਲੇਨ ਪਈ ਆ ਉਹਦੇ ਤੇ ਆਰਥਿਕਤਾ ਉਹ ਪੈਦਾ ਵੀ ਕਰ ਲੈਣ ਤੇ ਉਹਦੇ ਵਿੱਚ ਉਹ ਅੱਗੇ ਜਾ ਕੇ ਉਸ ਨੂੰ ਡਿਸਟ੍ਰੀਬਿਊਟ ਕਿੱਥੇ ਉਹ ਕਰਨਗੇ ਆ ਤਾਂ ਫਿਰ ਕਿਤੇ ਹੁਣ ਜਿਹੜੀਆਂ ਹੋਰ ਪਲੈਨਟਸ ਨੇ ਉਹਨਾਂ ਦੇ ਉੱਤੇ ਜਾ ਕੇ ਉਹ ਚੀਜ਼ ਕੋਈ ਪੈਦਾ ਵੀ ਕਰ ਲੈਣ, ਸਪੋਜ਼ ਕਰੋ ਕਿ ਕੋਈ ਚੀਜ਼ ਪੈਦਾ ਵੀ ਕਰ ਲੈਣ ਤਾਂ ਉਹ ਜਿਹੜੀ ਚੀਜ਼ ਜਿਹੜੀ ਉਹਦੀ ਪੈਦਾਵਾਰ ਆ ਉਹਨੂੰ ਕਿੱਥੇ ਉਹ ਜਾ ਕੇ ਵਰਤਣਗੇ, ਕਿੱਥੇ ਉਹ। ਸੋ ਗੱਲ ਤਾਂ ਮਨੁੱਖਤਾ ਦੀ ਹੈ। ਸੋ ਜਦੋਂ ਅਸੀਂ ਇਹ ਪੱਖ ਨਹੀਂ ਸਮਝਦੇ, ਜਿੰਨੀ ਦੇਰ ਤੱਕ ਅਸੀਂ ਗੱਲ ਮਨੁੱਖਤਾ ਦੀ ਨਹੀਂ ਕਰਦੇ ਹੈਗੇ, ਮਨੁੱਖਤਾ ਵਾਸਤੇ ਨਹੀਂ ਗੱਲ ਕਰਦੇ ਹੈਗੇ, ਸੋ ਜਦੋਂ ਤੁਸੀਂ ਇਹ ਗੱਲ ਤੁਸੀਂ ਕਰਨੀ ਸ਼ੁਰੂ ਕਰਾਂਗੇ ਤਾਂ ਮੈਨੂੰ ਇਹ ਲੱਗਦਾ ਕਿ ਸੌਖੇ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਇੱਕ ਅਲੱਗ ਰਾਜਨੀਤਿਕ ਢਾਂਚੇ ਦੇ ਤੌਰ ਦੇ ਉੱਤੇ ਵੀ ਦੇਖਣਾ ਸ਼ੁਰੂ ਕਰਨਗੇ, ਮਨੁੱਖਤਾ ਦੇ ਤੌਰ ਦੇ ਉੱਤੇ ਵੀ ਦੇਖਣਾ ਸ਼ੁਰੂ ਕਰਨਗੇ। ਤੇ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉੱਥੇ ਕੈਪੀਟਲਿਜ਼ਮ ਨੂੰ ਦਿੱਤਾ ਜਾ ਸਕਦਾ ਕਿਉਂਕਿ ਤੁਸੀਂ ਇੱਕ ਅਲੱਗ ਬਿਲਕੁਲ ਸੈਪਰੇਟ ਉਹਨਾਂ ਨੂੰ ਦਿਖਣੇ ਸ਼ੁਰੂ ਹੋ ਰਹੇ ਹੋ। ਜੇ ਫਾਰ ਐਗਜ਼ਾਮਪਲ ਮੰਡੀ ਦੇ ਵਿੱਚ ਹਰ ਉਹ
ਇੱਕੋ ਜੀ ਤਰ੍ਹਾਂ ਦੀ ਕੋਈ ਚੀਜ਼ ਪਈ ਹੈਗੀ ਆ, ਸਪੋਜ਼ ਕਰੋ ਕੋਈ ਇੱਕ ਹੀ ਤਰ੍ਹਾਂ ਦੀ ਸਬਜ਼ੀ ਉੱਥੇ ਪਈ ਆ, ਸੋ ਇੱਕ ਸਬਜ਼ੀ ਤਰ੍ਹਾਂ ਦੀ ਪਈ ਆ ਤਾਂ ਉਹ ਇੱਕੋ ਹੀ ਚੀਜ਼ ਜਿਹੜੀ ਆ ਉਹ ਉੱਥੇ ਵਿਕ ਰਹੀ ਆ, ਤਾਂ ਉਹਦੇ ਵਿੱਚ ਵੀ ਤੁਸੀਂ ਲੋਕ ਸ਼ਾਮਲ ਹੋ, ਤਾਂ ਉਸ ਭੀੜ ਦਾ ਹਿੱਸਾ ਜਿਹੜੇ ਉਹ ਬਣੇ ਹੋਏ ਹੋ। ਲੇਕਿਨ ਜੇ ਉਹੀ ਸਬਜ਼ੀ ਦਾ ਕੋਈ ਰੰਗ ਰੂਪ ਬਿਲਕੁਲ ਅਲੱਗ, ਯੂਨੀਕ, ਜਿਹਦੇ ਗੁਣ ਤੇ ਜਿਹੜੇ ਨੇ ਉਹ ਬਿਲਕੁਲ ਅਲੱਗ ਦਿਖਦੇ ਹੋਣ, ਜਿਨ੍ਹਾਂ ਦੀ ਪ੍ਰੋਪਰਟੀਜ਼ ਅਲੱਗ ਦਿਖੇ, ਸੋ ਉੱਥੇ ਉਹ ਜਿਹੜਾ ਦੂਸਰੀ ਭਾਵੇਂ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਉਸ ਪੱਖ ਦੇ ਵਿੱਚ ਖੜੇ ਹੋਣ, ਲੇਕਿਨ ਜਦੋਂ ਤੁਸੀਂ ਯੂਨੀਕ ਦਿਸੋਗੇ, ਜਦੋਂ ਤੁਸੀਂ ਆਪਣੀ ਵਿਚਾਰਧਾਰਾ ਨੂੰ ਸਾਹਮਣੇ ਰੱਖੋਗੇ, ਤਾਂ ਆਫਟਰ ਆਲ ਤੁਸੀਂ ਆਪਣੀ ਖਿੱਚ ਦਾ ਕੇਂਦਰ ਜਿਹੜਾ ਹੈ ਉਹ ਜ਼ਿਆਦਾ ਬਣੋਗੇ। ਸੋ ਇਸੇ ਤਰ੍ਹਾਂ ਦੇ ਨਾਲ ਇੱਕ ਮਨੁੱਖਤਾ ਵਾਸਤੇ ਅੱਜ ਇੱਕ ਬਹੁਤ ਵੱਡੀ ਚੁਣੌਤੀ ਆ ਕਿ ਜਿੰਨੀ ਦੇਰ ਤੱਕ ਮਨੁੱਖਤਾ ਵਾਸਤੇ ਅਸੀਂ ਕੰਮ ਨਹੀਂ ਕਰਦੇ, ਆਪਣੀ ਹੋਂਦ ਦੀ ਗੱਲ ਨਹੀਂ ਕਰਦੇ, ਆਪਣੀ ਹੋਂਦ ਵਾਸਤੇ ਗੱਲ ਨਹੀਂ ਕਰਦੇ ਹੈਗੇ। ਜੇ ਅਸੀਂ ਹੋਂਦ ਦੀ ਗੱਲ ਕਰਾਂਗੇ, ਉਸ ਹੋਂਦ ਦੇ ਵਿੱਚ ਤੁਹਾਡੇ ਖਿੱਤੇ ਵੀ ਆ ਜਾਂਦੇ ਨੇ, ਤੁਹਾਡੇ ਖਿੱਤੇ ਦੇ ਵਿੱਚ ਤੁਹਾਡੇ ਖੇਤ ਵੀ ਆ ਜਾਂਦੇ ਨੇ, ਤੁਹਾਡਾ ਪਾਣੀ ਵੀ ਆ ਜਾਂਦਾ, ਤੁਹਾਡੇ ਰਿਸੋਰਸਸ ਵੀ ਆ ਜਾਂਦੇ ਨੇ, ਸਾਰਾ ਕੁਝ ਉਹਦੇ ਨਾਲ ਜੁੜਿਆ ਆ ਜਾਂਦਾ। ਸੋ ਉਸ ਛਤਰੀ ਦੇ ਵਿੱਚ ਸਾਰਾ ਕੁਝ ਹੀ ਜਿਹੜਾ ਹੈ ਉਹ ਲਪੇਟਿਆ ਜਾ ਸਕਦਾ, ਪਰ ਅਸੀਂ ਇਸ ਤੋਂ ਬੇਸਮਝ ਕਿਉਂ ਆ? ਸਵਾਲ ਤਾਂ ਇੱਥੇ ਖੜਾ। ਜਿਸ ਚੀਜ਼ ਤੇ ਸਾਨੂੰ ਜ਼ੋਰ ਦੇਣਾ ਚਾਹੀਦਾ, ਉਸ ਚੀਜ਼ ਤੋਂ ਅਸੀਂ ਇਨਕਾਰੀ ਕਿਉਂ ਆ? ਉਸ ਚੀਜ਼ ਤੋਂ ਇਨਕਾਰੀ ਅੱਜ ਚੱਲ ਰਹੇ ਮੌਜੂਦਾ ਸੰਘਰਸ਼, ਜਿਹੜਾ ਕਿਸਾਨੀ ਸੰਘਰਸ਼ ਹੈਗਾ, ਉਹਦੇ ਵਿੱਚ ਇਹ ਚੀਜ਼ ਮਾਈਨਸ ਕਰਕੇ ਗਿਣੀ ਜਾਂਦੀ ਆ। ਤਾਂ ਹੀ ਉਹ ਲੋਕ ਤਾਕਤਵਰ ਨੇ, ਤਾਂ ਹੀ ਉਹ ਲੋਕ ਗੱਲ ਨਹੀਂ ਮੰਨਦੇ, ਤਾਂ ਹੀ ਉਹ ਤੁਹਾਨੂੰ ਜਿਹੜਾ ਹਰ ਚੀਜ਼ ਤੋਂ ਇਨਕਾਰੀ ਹੋ ਜਾਂਦੇ ਨੇ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਹੈਗੇ। ਲੇਕਿਨ ਜਦੋਂ ਤੁਸੀਂ ਇੱਕ ਅਲੱਗ ਆਪਣੇ ਵਿਚਾਰ ਪ੍ਰਗਟ ਕਰੋਗੇ, ਮਨੁੱਖਤਾ ਦੀ ਗੱਲ ਕਰੋਗੇ, ਤਾਂ ਤੁਸੀਂ ਅਲੱਗ ਰੂਪ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਓਗੇ, ਤਾਂ ਉਹਦੇ ਵਿੱਚ ਉਹਨਾਂ ਦੀ ਇੱਕ ਬੜੀ ਵੱਡੀ ਹਾਰ ਹੋ ਸਕਦੀ ਹੈਗੀ ਆ। ਸੋ ਸਮਾਂ ਵਕਫਾ ਜਿਹੜਾ ਹੈ ਉਹ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਆ ਕੇ ਆਪਾਂ ਗੱਲਬਾਤ ਕਰਦੇ ਹੈਗੇ ਆ। ਸੋ ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use
white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. 1699 ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ। ਪਰ ਇੱਧਰ ਦੇਖ ਲਓ, ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीन मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ। ਦੇਸ਼ ਸ਼ਿਵਾਵਰ ਹੋਏ ਹੈ ਸ਼ੁਭ ਕਰਮਨ ਤੇ ਕਬ ਹੋ ਨਟ। TV 16 ਟੋਰਾਂਟੋ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕਵਿਨ ਗੁਰਪਾਲ ਲੈ ਕੇ ਆ ਰਹੀ ਹਾਂ ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਆਓ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਗੇ ਆਪਾਂ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਤੋਰਦੇ ਹੈਗੇ ਹਾਂ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਆਰਥਿਕਤਾ ਦੇ ਵਿੱਚ ਅਸੀਂ ਇੰਨੇ ਕੁ ਜ਼ਿਆਦਾ ਖੁੱਭ ਚੁੱਕੇ ਹਾਂ ਕਿ ਇਸ ਦੌੜ ਦੇ ਵਿੱਚ ਮਨੁੱਖਤਾ ਜਿਹੜੀ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਖਤਰੇ 'ਚ ਹੈਗੀ ਆ। ਸੋ ਕਹਿਣ ਦਾ ਭਾਵ, ਇਸ ਟੌਪਿਕ ਨੂੰ ਲੈਣ ਦਾ ਭਾਵ ਇਹ ਹੈਗਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਇਸ ਚੱਲ ਰਹੇ ਦੌਰ ਦੇ ਵਿੱਚ ਇਹ ਨਹੀਂ ਕਿ ਆਰਥਿਕਤਾ ਦੀ ਗੱਲ ਹੋਣੀ ਨਹੀਂ ਚਾਹੀਦੀ ਹੈਗੀ, ਲੇਕਿਨ ਆਰਥਿਕਤਾ ਨੂੰ ਉੱਪਰ ਨਹੀਂ ਰੱਖਣਾ ਚਾਹੀਦਾ। ਉਸ ਦੇ ਉੱਪਰ ਮਨੁੱਖ ਹੈਗਾ, ਜਿਹੜੇ ਉੱਪਰ ਆਰਥਿਕਤਾ ਨੂੰ ਕੰਟਰੋਲ ਕਰ ਰਹੇ ਨੇ ਉਹ ਵੀ ਮਨੁੱਖ ਹੀ ਨੇ ਨਾ। ਪਰ ਉਹ ਮਨੁੱਖ ਜਿਹੜੇ ਨੇ ਉਹ ਮਨੁੱਖਤਾ ਦਾ ਕੋਈ ਖਿਆਲ ਨਹੀਂ ਰੱਖ ਸਕਦੇ, ਕਿਉਂਕਿ ਜਿਹੜਾ ਬਿਜ਼ਨਸਮੈਨ ਆਦਮੀ ਆ ਜਾਂ ਜਿਹੜਾ ਕੈਪੀਟਲਿਜ਼ਮ ਹੈਗਾ, ਜਿਹੜਾ ਵੱਡੇ ਰੂਪ ਦੇ ਵਿੱਚ ਇਸ ਟਾਈਮ ਦੇ ਉੱਤੇ ਕੰਟਰੋਲ ਕਰ ਰਿਹਾ ਹੈਗਾ ਸਾਰੀ ਧਰਤੀ ਦੇ ਉੱਤੇ, ਜਿਹੜੇ ਕੁਝ ਕੁ ਬੰਦੇ ਕੰਟਰੋਲ ਕਰਦੇ ਪਏ ਨੇ, ਉਹਨਾਂ ਵਾਸਤੇ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਮਨੁੱਖ ਇੱਕ ਗਿਣਤੀ ਦੇ ਰੂਪ ਦੇ ਵਿੱਚ ਹੈਗਾ, ਕਿ ਉਹਨਾਂ ਦੇ ਵਾਸਤੇ ਗਿਣਤੀ ਆਏ। ਸੋ ਉਹਨਾਂ ਦੀ ਜਿਹੜੀ ਉਹ ਗਿਣਤੀ ਦੇ ਰੂਪ ਦੇ ਵਿੱਚ ਉਹਨਾਂ ਵਾਸਤੇ ਕਿਸੇ ਧਰਤੀ ਦੇ ਨਾਲ ਕੋਈ ਮੋਹ ਨਹੀਂ ਹੈਗਾ, ਕਿਸੇ ਖਿੱਤੇ ਦੇ ਨਾਲ ਕੋਈ ਕਿਸੇ ਤਰੀਕੇ ਦਾ ਮੋਹ ਨਹੀਂ ਹੈਗਾ, ਕਿਸੇ ਧਾਰਮਿਕ ਪੱਖ ਤੋਂ ਕਿਸੇ ਦਾ ਕੋਈ ਮੋਹ ਨਹੀਂ ਹੈਗਾ, ਸਮਾਜਿਕ ਪੱਖ ਤੋਂ ਕੋਈ ਉਹਨਾਂ ਦਾ ਮੋਹ ਨਹੀਂ ਹੈਗਾ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਮਨੁੱਖਤਾ ਦੇ ਨਾਲ ਕੋਈ ਮੋਹ ਨਹੀਂ ਹੈਗਾ। ਉਹ ਤੁਹਾਨੂੰ ਬਾਹਰੀ ਰੂਪ ਦੇ ਵਿੱਚ ਦਿਖ ਜਾਣਗੇ ਜੀ। ਵੱਡੇ ਬੰਦਿਆਂ ਨੇ ਦੇਖੋ ਜੀ ਇੰਨੇ ਬਿਲੀਅਨ ਡਾਲਰ ਜਾਂ ਮਿਲੀਅਨ ਡਾਲਰ ਜਿਹੜੇ ਨੇ ਉਹ ਡੋਨੇਟ ਕਰ ਦਿੱਤੇ, ਤੇ ਲਓ ਜੀ ਉਹਨਾਂ ਨੇ ਤਾਂ ਇਸ ਪੱਖ ਨੂੰ ਜਿਹੜਾ ਹੈ ਉਹ ਡੋਨੇਟ ਕਰਦੇ। ਕੋਈ ਕੁਦਰਤੀ ਆਫਤ ਆ ਗਈ ਉੱਥੇ ਡੋਨੇਟ ਕਰਤੇ, ਆ ਗਿਆ। ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਆ ਨਾ ਉਹ ਆਪਣਾ ਇੱਕ ਜਿਹਨੂੰ ਆਰਥਿਕਤਾ ਦਾ ਪੱਖ ਹੈਗਾ ਉਹ ਮੌਜੂਦ ਹੁੰਦਾ ਹੈਗਾ, ਕਿਉਂਕਿ ਉਹ ਮਨੁੱਖ ਨੂੰ ਇੱਕ ਉਸ ਲੈਵਲ ਤੱਕ ਹੀ ਰੱਖਣਾ ਚਾਹੁੰਦੇ ਨੇ, ਉਸ ਜਗ੍ਹਾ ਦੇ ਉੱਤੇ ਹੀ ਰੱਖਣਾ ਚਾਹੁੰਦੇ ਨੇ ਕਿ ਜਿੱਥੇ ਮਨੁੱਖ ਉਹਨਾਂ ਵਾਸਤੇ ਜਿਹੜਾ ਹੈ ਇੱਕ ਕਾਮੇ ਦੇ ਤੌਰ ਦੇ ਉੱਤੇ ਕੰਮ ਕਰੇ। ਜੇ ਉਹਨਾਂ ਨੇ ਕਿਸੇ ਜਗ੍ਹਾ ਦਾ ਕੋਈ ਉਜਾੜਾ ਕਰਨਾ
ਜਾਂ ਕਿਸੇ ਜਗ੍ਹਾ ਨੂੰ ਉਹਨਾਂ ਨੇ ਉਜਾੜਨਾ, ਉਹਦੇ ਵਿੱਚ ਉਹਨਾਂ ਨੇ ਕੱਲੀ ਮਨੁੱਖਤਾ ਨੂੰ ਹੀ ਨਹੀਂ ਖਤਰਾ, ਉੱਥੇ ਦੇ ਜਿਹੜੇ ਪੌਣ ਪਾਣੀ ਆ ਉਹਨਾਂ ਨੂੰ ਵੀ ਖਤਰਾ, ਉੱਥੇ ਦੇ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਖਤਰਾ, ਉੱਥੋਂ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਵੀ ਖਤਰਾ, ਸੋ ਉੱਥੋਂ ਦੇ ਪਸ਼ੂ ਤੇ ਜਿਹੜੇ ਪੰਛੀ ਨੇ ਉਹਨਾਂ ਨੂੰ ਵੀ ਖਤਰਾ। ਉਹਨਾਂ ਨੇ ਹਰ ਤਰੀਕੇ ਦੇ ਨਾਲ ਉੱਥੇ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਆਰਥਿਕ ਪੱਖ ਨੂੰ ਜਿਹੜਾ ਹੈ ਉਹ ਸਾਹਮਣੇ ਰੱਖ ਕੇ ਉਹ ਜਿੰਨਾ ਵੱਡਾ ਘਾਣ ਕਰ ਸਕਦੇ ਹੈਗੇ ਨੇ, ਉਹਨਾਂ ਵਾਸਤੇ ਇਹ ਕੋਈ ਬਾਕੀ ਚੀਜ਼ਾਂ ਸਭ ਜਿਹੜੀਆਂ ਨੇ ਉਹ ਛੋਟੀਆਂ ਹੈਗੀਆਂ ਨੇ, ਉਹਨਾਂ ਵਾਸਤੇ ਮਨੁੱਖਤਾ ਫਿਰ ਕੋਈ ਉੱਪਰ ਨਹੀਂ ਰਹਿ ਜਾਂਦੀ ਹੈਗੀ। ਸੋ ਕੀ ਕੀਤਾ ਉਹਨਾਂ ਦਾ ਜਿਹੜਾ ਦਾਨ ਕੀਤੇ ਹੋਏ ਪੈਸੇ ਨੇ ਜਾਂ ਦਾਨ ਕੀਤਾ ਜਾਂ ਡੋਨੇਸ਼ਨ ਵੱਡੇ ਰੂਪ ਦੇ ਵਿੱਚ ਦਿੱਤੀ, ਉਹ ਕੋਈ ਮਾਇਨੇ ਨਹੀਂ ਰੱਖਦੀ ਉਸ ਟਾਈਮ ਦੇ ਉੱਤੇ। ਫਾਰ ਐਗਜ਼ਾਮਪਲ ਜੇ ਉਜਾੜੇ ਦੀ ਗੱਲ ਆਪਾਂ ਕਰਦੇ ਹੈਗੇ ਆ, ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ, ਅੱਜ ਅਸੀਂ ਸਾਰੇ ਰੌਲੇ ਦੀ ਗੱਲ ਕਰਦੇ ਹੈਗੇ ਆ, ਤਾਂ ਉਹਦੇ ਵਿੱਚ ਪੰਜਾਬ ਦਾ ਅੱਜ ਜਿਹੜਾ ਪਾਣੀ ਦਾ ਪੱਧਰ ਇੰਨਾ ਨੀਚੇ ਜਿਹੜਾ ਥੱਲੇ ਚਲੇ ਜਾਣ ਦਾ ਕਾਰਨ ਕੀ ਆ? ਉਹਦੇ ਵਿੱਚ ਤਾਂ ਸਿਰਫ ਇਹ ਸੀਗਾ ਕਿ ਅਸੀਂ ਵੱਧ ਤੋਂ ਵੱਧ ਪਾਣੀ ਕੱਢ ਕੇ ਉਹਦੇ ਵਿੱਚ ਇੰਨੀ ਫਸਲ ਉਗਾ ਦਿੱਤੀ ਜਾਵੇ। ਸੁਪਨਾ ਤੇ ਇਹੀ ਦਿਖਾਇਆ ਗਿਆ ਨਾ ਕਿ ਤੁਸੀਂ ਲੋਕ ਜਿਹੜੇ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਓਗੇ, ਤੁਸੀਂ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਅਮੀਰ ਹੋ ਜਾਓਗੇ, ਆਰਥਿਕ ਪੱਖ ਤੋਂ ਤੁਸੀਂ ਇੰਨੇ ਕੁ ਜ਼ਿਆਦਾ ਅਮੀਰ ਹੋ ਜਾਓਗੇ ਕਿ ਤੁਸੀਂ ਜਿਹੜੇ ਵੈਸਟਰਨ ਦੇ ਬਰਾਬਰ ਤੁਸੀਂ ਆਣ ਖੜੋਗੇ ਉਹਨਾਂ ਲੋਕਾਂ ਦੇ ਬਰਾਬਰ। ਪਰ ਅੱਜ ਸਾਡੀ ਸਥਿਤੀ ਕੀ ਹੈਗੀ ਆ? ਅਸੀਂ ਉੱਥੇ ਆਪਣਾ ਜਿਹੜਾ ਸਾਰਾ ਕੁਝ ਜਿਹੜਾ ਸਾਡਾ ਸਾਨੂੰ ਕੁਦਰਤ ਨੇ ਪ੍ਰਦਾਨ ਕੀਤਾ ਸੀਗਾ, ਜਿਹੜੇ ਪਾਣੀ, ਉਹ ਵੀ ਅਸੀਂ ਅੱਜ ਜਿਹੜਾ ਹੈ ਉੱਥੋਂ ਗਵਾਈ ਤੁਲੇ ਜਾ ਰਹੇ ਹੈਗੇ ਆ। ਸੋ ਧਰਤੀ ਅਸੀਂ ਉੱਥੇ ਆਪਣੀ ਖਰਾਬ ਕਰ ਲਈ, ਹਵਾ ਅਸੀਂ ਉੱਥੇ ਖਰਾਬ ਕਰ ਲਈ। ਸੋ ਸਾਡਾ ਆਰਥਿਕ ਪੱਖ ਕਿੱਥੇ ਆ? ਜੇ ਉੱਥੇ ਆਰਥਿਕ ਪੱਖ ਤੋਂ ਅਸੀਂ ਮਜ਼ਬੂਤ, ਇੱਕ ਬੜੀ ਵੱਡੀ ਐਗਜ਼ਾਮਪਲ ਆ, ਜੇ ਉਹ ਆਰਥਿਕ ਪੱਖ ਤੋਂ ਅਸੀਂ ਉਨੇ ਜ਼ਿਆਦਾ ਮਜ਼ਬੂਤ ਨਹੀਂ ਦਿਖੇ, ਦੁਨੀਆ ਭਰ ਦੇ ਵਿੱਚ ਨਹੀਂ ਦਿਖੇ ਨਾ, ਤੇ ਤਾਂ ਹੀ ਅੱਜ ਪੰਜਾਬ ਜਿਹੜਾ ਹੈਗਾ ਉਹ ਵੱਡੇ ਰੂਪ ਦੇ ਵਿੱਚ ਪ੍ਰਵਾਸ ਕਰ ਰਿਹਾ ਨਾ, ਤਾਂ ਹੀ ਉਹ ਆਰਥਿਕ ਪੱਖ ਹੈ, ਤਾਂ ਆਰਥਿਕ ਪੱਖ ਸੀ ਨਾ, ਆਰਥਿਕ ਪੱਖ ਵੀ ਆ। ਫਿਰ ਉਹਦੇ ਵਿੱਚ ਅੱਜ ਉਹ ਲੋਕਾਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ ਜਿਹੜੇ ਲੋਕ ਇਹ ਸੋਚਦੇ ਨੇ ਕਿ ਸਮਾਜਿਕ ਪੱਖ ਵੀ ਨਹੀਂ ਇੱਥੇ ਰਹਿ ਗਿਆ, ਇੱਥੇ ਤਾਂ ਹਵਾ ਵੀ ਨਹੀਂ ਚੰਗੀ ਰਹਿ ਗਈ, ਇੱਥੇ ਤਾਂ ਪੌਣ ਪਾਣੀ ਵੀ ਚੰਗਾ ਨਹੀਂ ਰਹਿ ਗਿਆ ਹੈਗਾ, ਇਹੀ ਪੱਖ ਰਹਿ ਗਿਆ ਨਾ। ਸੋ ਜਦੋਂ ਸਾਨੂੰ ਉਹ ਪੱਖ ਜਿਹੜਾ ਹੈ ਮਨੁੱਖਤਾ ਵਾਸਤੇ ਖਤਰਾ ਬਣਦਾ ਚੱਲਿਆ ਆ ਰਿਹਾ, ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਆ ਉਹ ਪੰਜਾਬ ਆ ਇਸ ਟਾਈਮ ਦੇ ਉੱਤੇ। ਤੇ ਫਿਰ ਐਡੇ ਵੱਡੇ ਰੂਪ ਦੇ ਵਿੱਚ ਪ੍ਰਵਾਸ ਜਿਹੜਾ ਹੋਣਾ, ਉਹਦਾ ਕਾਰਨ ਵੀ ਇਹੀ ਆ ਨਾ। ਫਿਰ ਤੇ ਜਦੋਂ ਸਾਨੂੰ ਇੰਨੇ ਸਾਲਾਂ ਦੇ ਵਿੱਚ ਇੱਕ ਸੁਪਨਾ ਦਵਾ ਕੇ ਜਿਹਨੂੰ ਅਸੀਂ ਹਰੀ ਕ੍ਰਾਂਤੀ ਦਾ ਨਾਂ ਦਿੱਤਾ, ਉਸ ਹਰੀ ਕ੍ਰਾਂਤੀ ਦੇ ਵਿੱਚੋਂ ਅਸੀਂ ਖੱਟਿਆ ਕੀ? ਅਸੀਂ ਉਹਦੇ ਚੋਂ ਗਵਾਇਆ ਜ਼ਿਆਦਾ, ਖੱਟਿਆ ਤੇ ਬਹੁਤ ਘੱਟ ਆ। ਖੱਟਿਆ ਅਸੀਂ ਕੁਛ ਨਹੀਂ ਨਾ। ਅਸੀਂ ਜੇ ਇਹ ਗੱਲ ਆਪਣੇ ਆਪ ਨੂੰ ਕਹਿੰਦੇ ਕਿ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਤਾ, ਤੇ ਦੇਸ਼ ਨੇ ਅੱਗੋਂ ਇੰਨੀ ਕੁ ਜ਼ਿਆਦਾ ਉਪਜ ਜਿਹੜੀ ਆ ਉਹ ਪੈਦਾ ਕਰ ਲਈ ਕਿ ਉਹ ਜਿਹੜਾ ਹੈ ਬਾਹਰ ਹੋਰ ਦੇਸ਼ਾਂ ਨੂੰ ਜਿਹੜਾ ਉਹਨਾਂ ਨੇ ਜਾ ਕੇ ਆਪਣੀ ਜਿਹੜੀ ਫਸਲ ਸੀਗੀ ਉਹ ਜਾ ਕੇ ਵੇਚੀ, ਬਾਕੀ ਆਪਣੀਆਂ ਜਿਹੜੀਆਂ ਜਿਣਸਾਂ ਸੀਗੀਆਂ ਉਹ ਜਾ ਕੇ ਬਾਹਰ ਜਾ ਕੇ ਵੇਚੀਆਂ। ਪਰ ਉੱਥੇ ਪੰਜਾਬ ਦੀ ਆਰਥਿਕਤਾ ਕਿੱਥੇ ਗਈ? ਪੰਜਾਬ ਕਿੱਥੇ ਖੜਾ? ਪੰਜਾਬ ਦੀ ਆਰਥਿਕਤਾ ਨੂੰ ਜੇ ਉਸ ਆਰਥਿਕ ਪੱਖ ਨੂੰ ਤੁਸੀਂ ਖੰਗਾਲੋ ਤਾਂ ਉਹਦੇ ਵਿੱਚ ਕੱਖ ਨਹੀਂ ਲੱਭਣ ਕਰਨ ਨੂੰ ਹੈਗਾ, ਉੱਥੇ ਬਿਲਕੁਲ ਨਹੀਂ ਤੁਹਾਨੂੰ ਲੱਭਿਆ। ਉੱਥੇ ਪੰਜਾਬ ਦੇ ਵਿੱਚ ਅਗਰ ਜੇ ਬਹੁਤ ਵੱਡੀ ਕੋਈ ਚੇਂਜ ਜਾਂ ਬਹੁਤ ਵੱਡਾ ਜਿਹੜਾ ਹੈ ਉਹ ਤੁਹਾਨੂੰ ਕੋਈ ਬਦਲਾਅ ਦੇ ਰੂਪ ਵਿੱਚ ਦੇਖੇ, ਜੇ ਆਪਾਂ ਬਾਕੀ ਗੱਲਾਂ ਕਰ ਲਈਏ ਕਿ ਲੋਕਾਂ ਦਾ ਰਹਿਣ ਸਹਿਣ ਥੋੜਾ ਜਿਹਾ ਜਿਹੜਾ ਉਹ ਵੱਡਾ ਹੋਇਆ ਜਾਂ ਵਧੀਆ ਹੋਇਆ, ਜਾਂ ਲੋਕਾਂ ਕੋਲ ਕਾਰਾਂ ਗੱਡੀਆਂ ਦੀ ਜਿਹੜੀ ਹੈ ਉਹ ਗਿਣਤੀ ਹੋ ਗਈ, ਲੋਕਾਂ ਨੇ ਘਰ ਜਿਹੜੇ ਨੇ ਉਹ ਵਧੀਆ ਜਿਹੜੇ ਨੇ ਉਹ ਬਣਾ ਲਏ। ਸੋ ਉਹਦੇ ਵਿੱਚ ਉਹ ਪੱਖ ਨਹੀਂ ਇਕੱਲਾ ਹੈਗਾ ਕਿ ਸਿਰਫ ਇੱਕ ਐਗਰੀਕਲਚਰ ਲੈਂਡ ਪੰਜਾਬ ਕੋਲ ਸੀਗੀ ਤੇ ਉਹਦੇ ਕਰਕੇ ਹੀ ਸਾਰਾ ਕੁਝ ਖੁਸ਼ਹਾਲ ਹੋ ਗਿਆ। ਜੇ ਇਹ ਚੀਜ਼ਾਂ ਖੁਸ਼ਹਾਲ ਹੋ ਗਈਆਂ ਤਾਂ ਫਿਰ ਸਾਡਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਕੋਈ ਬੈਠਾ ਹੋਇਆ, ਫਿਰ ਸਾਡੇ ਕਿਸਾਨ ਸੁਸਾਈਡ ਕਿਉਂ ਕਰਦੇ ਸੀ? ਉਹਨਾਂ ਨੇ ਮੌਤ ਕਿਉਂ ਸਹੇੜੀ ਜਿਹੜੀ ਹੈਗੀ ਆ, ਮੌਤ ਕਿਉਂ ਸਹੇੜੀ? ਜੇ ਉਹ ਆਰਥਿਕ ਪੱਖ ਤੋਂ ਹੀ ਇੰਨੇ ਜ਼ਿਆਦਾ ਮਜ਼ਬੂਤ ਸੀਗੇ, ਮਨੁੱਖਤਾ ਤਾਂ ਫੇਰ ਥੱਲੇ ਗਈ ਨਾ। ਸੋ ਉਹਦੇ ਵਿੱਚ ਜੇ ਪੱਖ ਨੂੰ ਦੇਖਣਾ ਹੋਵੇ ਤਾਂ ਉਹਦੇ ਵਿੱਚ ਬਹੁਤ ਵੱਡਾ ਜੇ ਤੁਸੀਂ ਪੱਖ ਦੇਖੋ ਤਾਂ ਉਹਦੇ ਵਿੱਚ ਜਿਹੜਾ ਪ੍ਰਵਾਸ, ਪਹਿਲਾ ਪ੍ਰਵਾਸ ਸੀਗਾ,
ਉਸਨੇ ਵੱਡੇ ਰੂਪ ਦੇ ਵਿੱਚ ਅੱਜ ਵਾਲੇ ਪ੍ਰਵਾਸ ਦੇ ਵਿੱਚ ਬਹੁਤ ਵੱਡਾ ਫਰਕ ਹੈ, ਉਹ ਅਲੱਗ ਟੌਪਿਕ ਆ, ਉੱਤੇ ਕਿਸੇ ਦਿਨ ਬਾਅਦ ਵਿੱਚ ਆਪਾਂ ਗੱਲ ਕਰਾਂਗੇ। ਲੇਕਿਨ ਉਸ ਪ੍ਰਵਾਸ ਦੇ ਵਿੱਚ ਫਰਕ ਇਹ ਸੀਗਾ ਕਿ ਉਸ ਪ੍ਰਵਾਸ ਦੇ ਵਿੱਚ ਸਿਰਫ ਆਰਥਿਕ ਪੱਖ ਤੋਂ ਆਪਣੇ ਪਰਿਵਾਰ ਨੂੰ ਜਿਹੜਾ ਹੈ ਮਜ਼ਬੂਤ ਕਰਨ ਵਾਸਤੇ ਕੋਈ ਆਦਮੀ ਜਿਹੜੇ ਸੀਗੇ ਉਹ ਪ੍ਰਵਾਸ ਕਰਦੇ ਸੀ, ਬਾਹਰ ਆਉਂਦੇ ਸੀ, ਬਾਹਰ ਆ ਕੇ ਪੈਸਾ ਕਮਾ ਕੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਉਹ ਭੇਜਿਆ ਜਾਂਦਾ ਸੀ, ਤੇ ਤਾਂ ਪੰਜਾਬ ਦੀ ਨੁਹਾਰ ਜਿਹੜੀ ਆ ਉਹ ਬਦਲੀ। ਤੁਸੀਂ ਡਾਟਾ ਕੱਢ ਕੇ ਦੇਖ ਲਓ ਕਿੰਨੇ ਤੁਹਾਨੂੰ ਜਿਹੜੇ ਉਹ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹਦੇ ਵਿੱਚ ਉਸ ਪੱਖ ਨੂੰ ਜਿਹੜਾ ਉਹ ਮਾਰਨਗੇ। ਪਰ ਅੱਜ ਸਥਿਤੀ ਜਿਹੜੀ ਆ ਉਹ ਹੋ ਰਿਹਾ। ਅੱਜ ਜੇ ਦੇਖਿਆ ਜਾਵੇ ਆਰਥਿਕ ਪੱਖ ਨੂੰ ਹੀ ਜੇ ਤੁਸੀਂ ਹੋਰ ਖੰਗਾਲਣਾ ਹੋਵੇ, ਸੋ ਇਹਨਾਂ ਦੀ ਤੇ ਵੱਧ ਤੋਂ ਵੱਧ ਇਹੀ ਹੈਗੀਆਂ ਨਾ ਕਿ ਜਿੱਦਾਂ ਛੋਟਾ ਜ਼ਿਮੀਂਦਾਰ ਜਿਹੜਾ ਹੈਗਾ ਉਹ ਖਤਮ ਕਰ ਦਿਓ, ਯਾਨੀ ਕਿ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਤੁਸੀਂ ਖੇਤਾਂ ਦੇ ਵਿੱਚੋਂ ਕੱਢ ਲਿਆਓ, ਉਹ ਕੋਈ ਹੋਰ ਕੰਮ ਕਰ ਲੈਣ, ਤੇ ਜਿਹੜੇ ਵੱਡੇ ਖੇਤ ਨੇ ਉਹ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹ ਵੱਡੇ ਜ਼ਿਮੀਂਦਾਰ ਬਣ ਕੇ ਜਿਹੜੇ ਨੇ ਉਹ ਸਾਹਮਣੇ ਆ ਜਾਣ। ਤੇ ਜਿਸ ਤਰ੍ਹਾਂ ਕਿ ਹੁਣ ਤਕਰੀਬਨ 2.5% ਜਿਹੜੇ ਲੋਕ ਨੇ ਉਹ ਜੇ ਸਪੋਜ਼ ਕਰੋ ਕਿ ਖੇਤੀ ਦੇ ਵਿੱਚ ਨੇ ਤੇ ਉਹ ਤਕਰੀਬਨ 1.5% ਤੁਸੀਂ ਕਰ ਦਿਓ ਤੇ 1.5% ਜਿਹੜੇ ਉਹ ਲੋਕ ਉੱਥੇ ਖੇਤੀ ਕਰਨਗੇ, ਉਹਨਾਂ ਦੀ ਜਿਹੜੀ ਗਿਣਤੀ ਆ ਉਹ ਘਟ ਜਾਏਗੀ। ਲੋਕ ਜਿਹੜੇ ਦੂਜੇ ਨੇ ਘੱਟ ਖੇਤਾਂ ਵਾਲੇ ਉਹ ਜਾ ਕੇ ਕਿਤੇ ਕੋਈ ਹੋਰ ਕੰਮ ਕਰ ਲੈਣਗੇ ਜਾਂ ਉਹ ਖੇਤ ਮਜ਼ਦੂਰ ਬਣ ਜਾਣਗੇ, ਤਾਂ ਜਿਹੜੇ ਦੂਜੇ ਲੋਕ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਜਿਹੜੇ ਆਰਥਿਕ ਪੱਖ ਤੋਂ ਹੋਰ ਮਜ਼ਬੂਤ ਹੋ ਜਾਣਗੇ ਤੇ ਜਿਹੜਾ ਖੇਤੀ ਦਾ ਜਿਹੜਾ ਬੈਲੈਂਸ ਆ ਉਹ ਬਿਲਕੁਲ ਹੋ ਜਾਏਗਾ। ਇਹ ਵੀ ਪਾਲਿਸੀ ਜਿਹੜੀ ਹੈਗੀ ਆ ਜਾਂ ਇਹ ਜਿਹੜਾ ਮਾਡਲ ਹੈਗਾ ਇਹ ਆਲਰੇਡੀ ਫੇਲ ਮਾਡਲ ਹੈਗਾ। ਆ ਜਿਹੜਾ ਦੇਸ਼ਾਂ ਦੇ ਵਿੱਚ ਅਸੀਂ ਬੈਠੇ ਆ ਇਹਨਾਂ ਦੇਸ਼ਾਂ ਦੇ ਵਿੱਚ ਫੇਲ ਮਾਡਲ ਹੈਗਾ। ਇਹਦੇ ਵਿੱਚ ਤੁਹਾਨੂੰ ਜਿਹੜੇ ਵੱਡੇ ਫਾਰਮ ਇੱਥੇ ਤੁਹਾਨੂੰ 500 1000 2 3 ਏਕੜ ਦੇ ਤੁਹਾਨੂੰ ਫਾਰਮ ਹਾਊਸ ਜਿਹੜੇ ਨੇ ਉਹ ਮਿਲ ਜਾਣਗੇ, ਲੇਕਿਨ ਉਹਨਾਂ ਲੋਕਾਂ ਦੀ ਉਹਨਾਂ ਕਿਸਾਨਾਂ ਦੀ ਸਥਿਤੀ ਕੀ ਆ? ਕੋਈ ਉਹਨਾਂ ਦੇ ਵਿੱਚ ਤੁਹਾਨੂੰ ਫਰਕ ਨਹੀਂ ਦਿਸੇਗਾ। ਉਹਨਾਂ ਦੇ ਵਿੱਚ ਉਹਨਾਂ ਦੀ ਕੋਈ ਸਥਿਤੀ ਬਹੁਤ ਜ਼ਿਆਦਾ ਬਿਹਤਰ ਨਹੀਂ ਤੁਹਾਨੂੰ ਦਿਸੇਗੀ। ਤੁਸੀਂ ਅਮਰੀਕਾ ਲੈ ਲਓ, ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਹੀ ਆ, ਉੱਥੇ ਵੀ ਇਹ ਮਾਡਲ ਜਿਹੜਾ ਸੀਗਾ। ਯੂਰਪ ਲੈ ਲਓ, ਯੂਰਪ ਦੇ ਵਿੱਚ ਇਹ ਸਟਰਕਚਰ ਇਹ ਮਾਡਲ ਅਡਾਪਟ ਕੀਤਾ ਗਿਆ ਕਿ ਜਿਹੜੇ ਛੋਟੇ ਖੇਤਾਂ ਵਾਲੇ ਸੀਗੇ ਜਾਂ ਛੋਟੇ ਕਿਸਾਨ ਸੀਗੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਹਨਾਂ ਕੋਲ ਇੱਕ ਸੀਗਾ ਕਿ ਹੁਣ ਅਸੀਂ ਥੋੜੇ ਜਿਹੇ ਖੇਤਾਂ ਦੇ ਵਿੱਚ ਕੀ ਉਗਾਵਾਂਗੇ, ਕੀ ਬੀਜਾਂਗੇ, ਕੀ ਖਾਵਾਂਗੇ। ਉਹਨਾਂ ਨੇ ਸ਼ਹਿਰਾਂ ਵੱਲ ਨੂੰ ਕੂਚ ਕਰ ਲਿਆ, ਸ਼ਹਿਰਾਂ ਵਿੱਚ ਪਾਪੂਲੇਸ਼ਨ ਵਧਾ ਦਿੱਤੀ ਜਾਵੇ ਤੇ ਜਿਹੜੇ ਪਿੰਡਾਂ ਦੇ ਵਿੱਚ ਨੇ ਉੱਥੇ ਵੱਡੇ ਫਾਰਮ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਜਾਣ ਤੇ ਉਹਨਾਂ ਦੀ ਤੁਸੀਂ ਉਹਨਾਂ ਦਾ ਖੇਤਾਂ ਦਾ ਹਾਲ ਤੁਸੀਂ ਦੇਖ ਲਓ। ਆਸਟ੍ਰੇਲੀਆ ਦਾ ਦੇਖ ਲਓ ਤੁਸੀਂ, ਵੱਡੇ ਫਾਰਮ 4 5 ਹਜ਼ਾਰ ਏਕੜ ਦੇ ਉੱਥੇ ਫਾਰਮ ਹਾਊਸ ਨੇ, ਲੇਕਿਨ ਉਹਨਾਂ ਦੇ ਲੋਕਾਂ ਦੇ ਖੇਤਾਂ ਦੀ ਜਿਹੜੇ ਉਹਨਾਂ ਦੇ ਕਿਸਾਨਾਂ ਦੀ ਜਿਹੜੀ ਦਸ਼ਾ ਉਹ ਤੁਸੀਂ ਦੇਖੋ। ਸਭ ਤੋਂ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਮਾਡਲ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ, ਸੁਪਰ ਪਾਵਰ ਦੇ ਤੌਰ ਦੇ ਉੱਤੇ ਵੀ ਪੇਸ਼ ਕੀਤਾ ਜਾਂਦਾ, ਅਮਰੀਕਾ ਲਾ ਲਓ ਤੁਸੀਂ। ਅਮਰੀਕਾ ਦੇ ਵਿੱਚ 1.5% ਸਿਰਫ ਐਗਰੀਕਲਚਰ ਲੋਕ ਜਿਹੜੇ ਨੇ ਉਹ ਕਰਦੇ ਨੇ, ਐਡੀ ਵੱਡੀ ਆਬਾਦੀ ਦੇ ਵਿੱਚ ਸਿਰਫ 1.5%। ਤੇ ਖੇਤਾਂ ਦਾ ਸਟਰਕਚਰ ਤੁਸੀਂ ਲਾ ਲਓ, ਮਾਡਲ ਲਾ ਲਓ ਕਿ ਕਿੰਨੇ ਲੋਕ ਨੇ, ਉਹ ਤਕਰੀਬਨ 31-32 ਉਹਦੇ ਵਿੱਚ ਜਿਹੜੇ ਨੇ ਉਹ ਸਬਸਿਡੀਆਂ ਦਿੰਦੀ ਆ ਗੌਰਮੈਂਟ। ਪ੍ਰਾਈਵੇਟ ਸੈਕਟਰ ਕਰਨ ਦੇ ਬਾਵਜੂਦ ਵੀ 31-32 ਜਿਹੜੇ ਆ ਨੇ ਉਹ ਉਹਨਾਂ ਨੂੰ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਸਬਸਿਡੀਆਂ ਕਿ ਤਾਂ ਕਿ ਇਹ ਖੜੇ ਰਹਿਣ। ਇੰਨਾ ਢਾਂਚਾ ਕਮਜ਼ੋਰ ਹੈਗਾ, ਇੰਨਾ ਇਹ ਜਿਹੜਾ ਐਗਰੀਕਲਚਰ ਦਾ ਜਿਹੜਾ ਢਾਂਚਾ ਹੈਗਾ ਉਹ ਕਮਜ਼ੋਰ ਹੈਗਾ, ਕਿਉਂਕਿ ਉਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੰਟਰੋਲ ਕੌਣ ਕਰ ਰਿਹਾ? ਕੰਟਰੋਲ ਉਹਦੇ ਵਿੱਚ ਉਹ ਲੋਕ ਤਾਂ ਕਰ ਹੀ ਨਹੀਂ ਨਾ ਰਹੇ ਹੈਗੇ। ਕੰਟਰੋਲ ਕਰਨ ਵਾਲਾ ਤੇ ਉੱਤੇ ਬੈਠਾ ਹੈਗਾ। ਜਿਹੜੇ ਲੋਕ ਵੱਡੇ ਰੂਪ ਦੇ ਵਿੱਚ ਖੜੇ ਨੇ, ਦਿਖਾਏ ਤਾਂ ਇਹ ਜਾ ਰਹੇ ਨੇ ਕਿ ਜੇ ਵੱਡੇ ਖੇਤਾਂ ਵਾਲੇ ਲੋਕ ਨੇ ਉਹ ਆਪਣੇ ਤੌਰ ਦੇ ਉੱਤੇ ਕਰਨ, ਲੇਕਿਨ ਉਹਨਾਂ ਨੂੰ ਪੁੱਛੋ ਤੇ ਸਹੀ ਜਾ ਕੇ ਕਿ ਉਹਨਾਂ ਨੂੰ ਕੋਈ ਚੱਜ ਦਾ ਭਾਅ ਜਿਹੜਾ ਉਹ ਮਿਲਦਾ ਹੈਗਾ। ਇੱਕ ਆ ਪੈਨ ਬਣਦਾ, ਇਸ ਪੈਨ ਦਾ ਮੈਨੂਫੈਕਚਰਸ ਆਪਣੀ ਕੈਲਕੂਲੇਸ਼ਨ ਕਰਦਾ ਕਿ ਮੈਂ ਆ ਪੈਨ ਬਣਾਇਆ, ਇਸ ਪੈਨ ਦੇ ਵਿੱਚ ਇਹਦੇ ਵਿੱਚ ਮੈਂ ਜੋ ਵੀ ਚੀਜ਼ਾਂ ਲਗਾਈਆਂ ਨੇ, ਇਹਦਾ ਔਨ ਆਫ ਕਰਨ ਵਾਲਾ ਲਾਇਆ, ਇਹਦੇ ਵਿੱਚ ਉਹ ਲਾਇਆ, ਮੈਂ ਇਸ ਪੈਨ ਦੇ ਵਿੱਚ ਬਣਾਉਣ ਵਾਸਤੇ ਮੈਨੂੰ ਇੰਨਾ ਸਮਾਂ ਲੱਗਿਆ, ਇੰਨਾ ਮੇਰਾ ਮਟੀਰੀਅਲ ਦਾ ਖਰਚਾ ਆਇਆ, ਇੰਨਾ ਮੇਰਾ ਜਿਹੜਾ ਸੀਗਾ ਇਹਦੇ ਦੇ ਉੱਤੇ ਲੇਬਰ ਦਾ ਖਰਚਾ ਆਇਆ, ਟੋਟਲ ਇਹਦੀ ਕੀਮਤ ਇੰਨੀ ਹੈਗੀ ਆ, ਆਹ ਕੀਮਤ ਆ। ਇਸ ਕੀਮਤ ਦੇ ਉੱਤੇ 25-30% ਦਾ ਮੁਨਾਫਾ ਲਾ ਕੇ ਉਹ ਅਗਲਾ ਕਹਿੰਦਾ ਕਿ ਇੰਨੇ % ਦਾ ਮੁਨਾਫਾ ਲਾ ਕੇ ਮਾਰਕੀਟ ਵਾਲੇ ਨੂੰ ਕਹਿੰਦਾ
ਚਾਹੇ ਉਹ ਆਪਣੀ ਮੈਨੂਫੈਕਚਰਿੰਗ ਹੈਗੀ ਆ, ਚਾਹੇ ਉਹ ਵੱਡੇ ਰੂਪ ਦੇ ਵਿੱਚ, ਵੱਡੇ ਬਲਕ ਰੂਪ ਦੇ ਵਿੱਚ ਵੀ ਦਿੰਦਾ, ਤੇ ਉਹ ਕਹਿੰਦਾ ਕਿ ਆ ਲਓ ਇੰਨੇ ਦਾ ਮੈਂ ਇਹਨੂੰ ਵੇਚਣਾ ਹੈਗਾ। ਪਰ ਕਦੀ ਤੁਸੀਂ ਕਿਸਾਨ ਨੂੰ ਜਾ ਕੇ ਦੇਖੋ, ਸਾਰੀ ਦੁਨੀਆ 'ਚ ਚੱਕਰ ਮਾਰ ਕੇ ਦੇਖ ਲਓ, ਤੁਸੀਂ ਕਿਤੇ ਜਾ ਕੇ ਤੁਸੀਂ ਉਹਦਾ ਮੁੱਲ, ਉਹ ਟੈਗ ਲਾ ਕੇ ਆਪਣਾ ਜਿਹੜਾ ਹੈਗਾ ਉਹ ਵੇਚ ਨਹੀਂ ਸਕਦਾ ਹੈਗਾ, ਕਿਉਂਕਿ ਉਹਦੀ ਮਜਬੂਰੀ ਵੀ ਹੈ ਨਾ। ਉਹਦੀ ਮਜਬੂਰੀ ਵੀ ਇਹ ਹੈਗਾ ਕਿ ਉਹਨੂੰ ਇੱਕ ਵੱਡੇ ਰੂਪ ਦੇ ਵਿੱਚ ਕੋਈ ਮੰਡੀ ਚਾਹੀਦੀ ਹੈ ਜਿੱਥੇ ਉਹ ਵੇਚੇਗਾ, ਤੇ ਉੱਥੇ ਉਸ ਮੰਡੀ ਨੂੰ ਕੰਟਰੋਲ ਕੌਣ ਕਰ ਰਿਹਾ ਹੈਗਾ? ਉਸ ਮੰਡੀ ਨੂੰ ਕੰਟਰੋਲ ਕਰਨ ਵਾਲਾ ਕੌਣ ਹੈਗਾ? ਉਸ ਮੰਡੀ ਨੂੰ ਫਿਰ ਕੰਟਰੋਲ ਕਰਨ ਵਾਲਾ ਉਹ ਬੈਠੇ ਹੋਏ ਕੈਪੀਟਲਿਜ਼ਮ ਵਾਲੇ ਜਿਹੜੇ ਲੋਕ ਨੇ, ਵੱਡੇ ਵਪਾਰੀ ਨੇ, ਵੱਡੇ ਲੋਕ ਬੈਠੇ ਹੋਏ ਨੇ। ਉਹ ਉਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਤੇਰੀ ਇਹ ਫਸਲ ਇਸ ਰੇਟ ਦੇ ਉੱਤੇ, ਇਸ ਭਾਅ ਦੇ ਉੱਤੇ ਨਹੀਂ ਚੱਕਣੀ। ਉਹਦੇ ਵਾਸਤੇ ਇੱਕ ਕੁਆਲਿਟੀ ਜਿਹੜਾ ਕੰਟਰੋਲ ਆ, ਉਹ ਅਲੱਗ ਤਰੀਕੇ ਨਾਲ ਜਿਹੜਾ ਹੈ ਉਹ ਜਿਹੜਾ ਇੱਕ ਅਲੱਗ ਪੈਰਾਮੀਟਰ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈਗਾ। ਜਿੱਦਾਂ ਤੁਸੀਂ ਦੇਖਿਆ ਹੋਣਾ ਆਮ ਪੰਜਾਬ ਦੇ ਵਿੱਚ ਵੀ ਜਿੱਥੇ ਆਲੂ ਬੀਜਿਆ ਜਾਂਦਾ, ਉਹ ਇੱਕ ਕੜਾ ਜਿਹਾ ਰੱਖਿਆ, ਉਹਦੇ ਚੋਂ ਪਾ ਕੇ ਉਹ ਦੇਖਦੇ ਨੇ ਕਿ ਭਾਈ ਇਹਦੇ ਵਿੱਚ ਇਹ ਸਾਨੂੰ ਆ ਜਿਹੜੇ ਵੱਡੀਆਂ ਕੰਪਨੀਆਂ ਨੇ ਕਿ ਇਹ ਚਿਪਸ ਬਣ ਦਿੰਦਾ। ਹੁਣ ਬੰਦਾ ਇਹ ਪੁੱਛੇ ਧਿਆਨ ਦੇ ਨਾਲ ਕਿ ਭਾਈ ਆਲੂ ਤਾਂ ਆਲੂ ਹੀ ਆ ਨਾ, ਲੇਕਿਨ ਉਹ ਛਾਂਟੀ ਕਰਨਾ ਉਹਦੇ ਵਿੱਚੋਂ ਕਿ ਇਹ ਸਾਡੀ ਕੁਆਲਿਟੀ ਆ, ਇਸ ਤਰ੍ਹਾਂ ਦੀ ਸਾਡੀ ਕੁਆਲਿਟੀ ਹੈਗੀ ਆ। ਸੋ ਗੱਲ ਮੈਂ ਇਹ ਕਰਦਾ ਪਿਆ ਸੀਗਾ ਕਿ ਇੱਥੇ ਆ ਕੇ ਸਿਰਫ ਕੱਲਾ ਸਾਨੂੰ ਆਰਥਿਕ ਪੱਖ ਤੋਂ ਆਰਥਿਕ ਪੱਖ ਦਿਖਾਉਣ ਦੇ ਨਾਲ ਮਨੁੱਖਤਾ ਦਾ ਭਲਾ ਤੇ ਮਨੁੱਖਤਾ ਨਹੀਂ ਬਚ ਸਕਦੀ ਹੈਗੀ। ਮਨੁੱਖਤਾ ਨੂੰ ਬਚਾਉਣ ਵਾਸਤੇ ਤੁਹਾਨੂੰ ਇੱਕ ਅਲੱਗ ਵਿਚਾਰਧਾਰਾ, ਇੱਕ ਅਲੱਗ ਉਸ ਚੀਜ਼ ਨਾਲ ਜੁੜਨਾ ਪਏਗਾ। ਮੈਂ ਬਾਕੀ ਦੇਸ਼ਾਂ ਦੇ ਤੌਰ ਦੇ ਉੱਤੇ ਨਹੀਂ ਕਹਿ ਰਿਹਾ, ਮੈਂ ਸਿਰਫ ਆਪਣੇ ਤੌਰ ਦੇ ਉੱਤੇ ਇਹ ਕਹਿ ਰਿਹਾ ਕਿ ਖਾਸ ਤੌਰ ਦੇ ਉੱਤੇ ਜਿਸ ਚੀਜ਼ ਨੂੰ ਅਸੀਂ ਪਰਨਾਏ ਹੋਏ ਆ ਕਿ ਅਸੀਂ, ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਚੀਜ਼ ਜਿਹੜੀ ਆ ਇੱਕ ਸਿਧਾਂਤਕ ਰੂਪ ਦੇ ਵਿੱਚ ਦਿੱਤੀ ਹੈਗੀ ਆ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਸੋ ਇਹਦੇ ਵਿੱਚ ਸਾਰਾ ਕੁਝ ਜਿਹੜਾ ਉਹ ਆ ਜਾਂਦਾ ਹੈਗਾ। ਪਵਨ ਪਾਣੀ ਦੀ ਗੱਲ ਕੀਤੀ ਗਈ ਹੈਗੀ ਆ, ਧਰਤੀ ਮਾਤਾ ਦੀ ਗੱਲ ਕੀਤੀ ਗਈ ਹੈਗੀ ਆ। ਸੋ ਇਸ ਨੂੰ ਬਚਾਉਣ ਵਾਸਤੇ, ਇਸ ਦੇ ਉੱਤੇ ਰਹਿਣ ਵਾਸਤੇ ਮਨੁੱਖ ਦਾ ਜਿੰਦਾ ਰਹਿਣਾ ਜਿਹੜਾ ਹੈਗਾ ਉਹ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਬਾਕੀ ਚੀਜ਼ਾਂ ਜਿਹੜਾ ਸਾਨੂੰ ਕੰਟਰੋਲ ਕੀਤਾ ਜਾ ਰਿਹਾ, ਡਿਜੀਟਲ ਵਰਲਡ ਦੇ ਵਿੱਚ ਕੰਟਰੋਲ ਕੀਤਾ ਜਾ ਰਿਹਾ ਹੈਗਾ। ਕਿਉਂਕਿ ਆਰਥਿਕ ਪੱਖ ਜਿੰਨਾ ਵੀ ਹੁਣ ਤੱਕ ਦਿਖਾਇਆ ਜਾ ਰਿਹਾ, ਪਹਿਲਾਂ ਇਹ ਲੜਾਈ ਸਾਰੀ ਤੇਲ ਦੀ ਹੁੰਦੀ ਰਹੀ ਆ, ਤੇਲ ਤੋਂ ਬਾਅਦ ਜਿਹੜੀ ਉਹ ਲੜਾਈ ਸੀਗੀ ਉਹ ਬਦਲ ਕੇ ਪਾਣੀਆਂ ਤੱਕ ਵੀ ਪਹੁੰਚੀ ਆ ਹੁਣ। ਪਰ ਲੇਕਿਨ ਅੱਜ ਜਿਹੜੀ ਲੜਾਈ ਆ ਉਹ ਇੱਕ ਡਿਜੀਟਲ ਵਰਲਡ ਦੇ ਵਿੱਚ ਇੱਕ ਅਲੱਗ ਰੂਪ ਦੇ ਵਿੱਚ ਦੇਖੀ ਜਾ ਰਹੀ ਆ। ਹੁਣ ਆਪਾਂ ਦੇਖਿਆ ਸੀਗਾ ਪਿੱਛੇ ਜਦੋਂ ਇਹਦੀ ਇਲੈਕਸ਼ਨ ਅਮਰੀਕਾ ਦੀ ਇਸ ਤੋਂ ਪਹਿਲਾਂ ਹੋਈ ਆ, ਜਦੋਂ ਟਰੰਪ ਜਿਹੜਾ ਸੀਗਾ ਉਹ ਪ੍ਰੈਜ਼ੀਡੈਂਟ ਬਣਿਆ, ਉਸ ਟਾਈਮ ਦੇ ਉੱਤੇ ਕਹਿੰਦੇ ਕਿ ਉਹ ਜਿਹੜਾ ਡਾਟਾ ਸੀਗਾ ਉਹ ਵੀ ਖਰੀਦਿਆ ਗਿਆ, ਡਾਟਾ ਤੁਹਾਡਾ ਖਰੀਦਿਆ ਜਾਂਦਾ। ਕਿਉਂਕਿ ਅੱਜ ਵੀ ਕੀ ਆ, ਅੱਜ ਤੁਸੀਂ ਡਿਜੀਟਲ ਵਰਲਡ ਨੂੰ ਹੱਥ ਲਾ ਕੇ ਦੇਖ ਲਓ, ਜਿਸ ਤਰ੍ਹਾਂ ਦੀਆਂ ਵੀਡੀਓ ਨੂੰ ਟੱਚ ਕਰੋਗੇ ਤੁਹਾਨੂੰ ਉਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹਦਾ ਮਤਲਬ ਤੁਹਾਨੂੰ ਕੋਈ ਕੰਟਰੋਲ ਹੋਰ ਕਰ ਰਿਹਾ ਹੈਗਾ। ਇਹਦਾ ਮਤਲਬ ਇਹ ਹੋਇਆ ਕਿ ਡਿਜੀਟਲ ਵਰਲਡ ਦੇ ਵਿੱਚ ਕੰਟਰੋਲ ਕੋਈ ਹੋਰ ਕਰ ਰਿਹਾ ਹੈਗਾ। ਸੋ ਇਸ ਚੀਜ਼ ਦੀ ਕੀਮਤ ਜ਼ਿਆਦਾ ਰਹਿ ਗਈ ਆ। ਆਪਾਂ ਰੋਜ਼ ਦੇਖਦੇ ਹਾਂ ਕਿ ਸਾਨੂੰ ਸਾਡੇ ਡਿਜੀਟਲ ਵਰਲਡ ਦੇ ਵਿੱਚ ਸਾਨੂੰ ਕੋਈ ਕੰਟਰੋਲ ਕਰਨ ਵਾਲਾ ਹੋਰ ਹੈਗਾ, ਪਰ ਮਨੁੱਖਤਾ ਕਿਵੇਂ ਬਚਾਈ ਜਾ ਸਕਦੀ ਹੈਗੀ ਆ? ਮਨੁੱਖਤਾ ਜਿਹੜੀ ਹੈਗੀ ਆ ਉਹ ਤੁਸੀਂ ਇੱਕ ਆਪਣੀ ਅਲੱਗ ਵਿਚਾਰਧਾਰਕ ਰੂਪ ਜਿਹੜਾ ਤੁਹਾਨੂੰ ਪ੍ਰਮਾਤਮਾ ਨੇ ਜਿਹੜਾ ਬਖਸ਼ਿਆ ਹੈਗਾ ਉਹਦੇ ਤੌਰ ਤੇ ਬਚਾਇਆ ਜਾ ਸਕਦਾ। ਸਿਰਫ ਆਰਥਿਕਤਾ ਦੇ ਪੱਖ ਤੋਂ ਸਾਰਾ ਕੁਝ ਦੇਖ ਲੈਣਾ ਮਨੁੱਖਤਾ ਨੂੰ ਬਚਾਉਣ ਵਾਲੀ ਸਾਈਡ ਤੇ ਨਹੀਂ ਜਾ ਸਕਦੇ। ਸਾਨੂੰ ਇੱਕ ਅਲੱਗ ਰੂਪ ਦੇ ਵਿੱਚ ਇੱਕ ਅਲੱਗ ਮਾਡਲ, ਇੱਕ ਅਲੱਗ ਜਿਹੜਾ ਹੈਗਾ ਉਹ ਪੇਸ਼ ਕਰਨਾ ਪਏਗਾ, ਇੱਕ ਅਲੱਗ ਜਿਹੜਾ ਹੈ ਅਲੱਗ ਰੂਪ ਦੇ ਵਿੱਚ ਦੁਨੀਆ ਨੂੰ ਦੱਸਣਾ ਪਏਗਾ, ਦੇਣਾ ਪਏਗਾ। ਔਰ ਉਹ ਸਾਡੇ ਕੋਲ ਸਿਧਾਂਤਕ ਰੂਪ ਦੇ ਵਿੱਚ ਜਿਹੜਾ ਉਹ ਪਿਆ ਹੈਗਾ। ਜੇ ਅਸੀਂ ਆਪਣੇ ਸਿੱਖੀ ਨੂੰ ਪਰਨਾਏ ਹੋਏ ਆ ਤੇ ਸਾਡੇ ਕੋਲ ਸਿਧਾਂਤਕ ਤੌਰ ਦੇ ਉੱਤੇ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਚੀਜ਼ ਉਹ ਪਈ ਹੈਗੀ ਆ। ਸੋ ਉਸ ਨੂੰ ਸਾਨੂੰ ਉਭਾਰਨ ਦੀ ਜ਼ਰੂਰਤ ਹੈਗੀ ਆ। ਜੇ ਮਨੁੱਖਤਾ ਬਚੇਗੀ ਆਰਥਿਕਤਾ ਬਚੇਗੀ, ਮਨੁੱਖਤਾ ਹੀ ਨਹੀਂ ਬਚੇਗੀ ਤਾਂ ਆਰਥਿਕਤਾ ਕਿੱਥੋਂ ਬਚੇਗੀ? ਉਹਦੇ ਵਿੱਚ ਤੁਹਾਡਾ ਆਰਥਿਕ ਪੱਖ ਵੀ ਮਜ਼ਬੂਤ ਹੋ ਜਾਏਗਾ ਜੇ ਅਸੀਂ ਮਨੁੱਖਤਾ ਨੂੰ ਬਚਾਉਣ ਵਾਲੀ। ਤਾਂ ਹੀ ਅੱਜ ਜਿੰਨਾ ਵੀ ਕਲੈਸ਼ ਜਿਹੜਾ ਹੈਗਾ, ਅੱਜ ਜਿੰਨਾ ਵੀ ਉੱਥੇ ਲੜਾਈਆਂ ਨੇ, ਅੱਜ ਜਿੰਨਾ ਵੀ ਕੁਝ ਆਪਸ ਵਿੱਚ ਵਿਚਾਰਕ ਮਤਭੇਦ ਨੇ, ਉਹ ਇਸੇ ਗੱਲ ਦੇ ਉੱਤੇ ਹੀ ਆਣ ਕੇ ਖੜੇ ਨੇ
ਕਿ ਇਹ ਕੱਟੜਪੰਥੀ ਆ, ਇਹ ਜੀ ਵੱਖਵਾਦੀ ਆ, ਇਹ ਅੱਤਵਾਦੀ ਆ। ਜਿਹੜੇ ਉੱਥੇ ਜਥੇਬੰਦੀਆਂ ਵਾਲੇ ਨੇ ਉਹ ਵੀ ਇਸ ਚੀਜ਼ ਦਾ ਰੌਲਾ ਪਾਈ ਜਾਂਦੇ ਨੇ ਕਿ ਸਾਡੇ ਜੀ ਆਣ ਕੇ ਇੱਥੇ ਵਿੱਚ ਬੰਦੇ ਉਹ ਘੁਸਪੈਠ ਕਰ ਗਏ, ਉਹ ਕਰ ਗਏ। ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ, ਕਿਉਂਕਿ ਉਹ ਉਸ ਲੈਵਲ ਤੋਂ ਹੀ ਉਹਨਾਂ ਨੇ ਉਸ ਨੂੰ ਪਰਨਾਏ ਹੋਏ ਨੇ। ਉਹਨਾਂ ਕੀ ਉਹਨਾਂ ਨੇ ਪੜ੍ਹਿਆ, ਉਹ ਉਸ ਜਿਹੜਾ ਮਾਰਕਸਿਸਟ ਦੀ ਜਿਹੜੀ ਹੈਗੀ ਵਿਚਾਰਧਾਰਾ ਉਹਦੇ ਤੇ ਹੀ ਉਹ ਖੜੇ ਨੇ, ਉਸੇ ਰੂਪ ਦੇ ਵਿੱਚ ਹੀ ਉਹ ਲੜ ਰਹੇ ਨੇ। ਸੋ ਉਸ ਲੜਾਈ ਨੂੰ ਜਿਹੜਾ ਹੈ ਅੱਜ ਦੇ ਰੂਪ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿੱਤਣਾ ਬਹੁਤ ਜ਼ਿਆਦਾ ਔਖਾ ਹੈਗਾ, ਜਿੰਨੀ ਦੇਰ ਤੱਕ ਤੁਸੀਂ ਅਲੱਗ, ਯੂਨੀਕ ਤੇ ਆਪਣਾ ਉਹ ਪੱਖ ਜਿਹੜਾ ਤੁਹਾਨੂੰ ਅਸਲ ਦੇ ਵਿੱਚ ਮਨੁੱਖਤਾ ਵਾਸਤੇ ਦੇਣਾ ਚਾਹੀਦਾ ਉਹਨੂੰ ਅੱਗੇ ਨਹੀਂ ਰੱਖਦੇ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਦੁਬਾਰਾ ਆਪਾਂ ਮਿਲਦੇ ਹਾਂ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਜਿਹੜਾ ਹੈ ਉਹ ਕੰਟੀਨਿਊ ਕਰਦੇ ਹਾਂ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो contact tv16toronto@gmail.com या टेक्स्ट मैसेज और व्हाट्सएप करो 647-528-1016 ते फिर मिलदे आ प्रोग्राम मस्ती विद किड्स ओनली ऑन TV16 Toronto ते। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਸਾਡਾ ਪਸੰਦ ਆ ਰਿਹਾ ਹੋਵੇਗਾ। ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਓ। ਤੁਹਾਡੇ ਸੁਝਾਵਾਂ ਦੀ ਹਮੇਸ਼ਾ ਸਾਨੂੰ ਜਿਹੜੀ ਹੈ ਉਹ ਜ਼ਰੂਰਤ ਰਹਿੰਦੀ ਹੈਗੀ ਆ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇੱਕ ਜਿਹੜੀ ਹੈ ਬਹੁਤ ਵਧੀਆ ਵੈਬ ਸੀਰੀਜ਼ ਜਿਹੜੀ ਆ ਉਹ ਆ ਰਹੀ ਹੈਗੀ ਆ। ਉਸ ਨੂੰ ਤੁਸੀਂ ਜਾ ਕੇ YouTube ਦੇ ਉੱਤੇ ਜਾਂ ਸਾਡੇ TV16 ਟੋਰਾਂਟੋ ਦੇ ਪੇਜ ਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਵਾਚ ਕਰੋ, ਉਹਨੂੰ ਲਾਈਕ ਕਰੋ, ਉਹਨੂੰ ਸ਼ੇਅਰ ਕਰੋ। ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਬਹੁਤ ਹੀ ਵਧੀਆ। 31 ਅਕਤੂਬਰ ਨੂੰ ਜਿਹੜੀ ਹੈ ਇਹ ਪ੍ਰੋਪਰ ਜਿਹੜੀ ਆ ਵੈਬ ਸੀਰੀਜ਼ ਰਿਲੀਜ਼ ਹੋਏਗੀ। ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਾਂਗੇ ਕਿ ਕਿੱਥੇ ਕਿੱਥੇ ਜਾ ਕੇ ਇਹ ਤੁਸੀਂ ਦੇਖ ਸਕਦੇ ਹੈਗੇ ਹੋ। ਪਰ ਟ੍ਰੇਲਰ ਨੂੰ ਜ਼ਰੂਰ ਵਾਚ ਕਰੋ। ਟ੍ਰੇਲਰ ਨੂੰ ਤੁਸੀਂ ਜਿਹੜਾ ਹੈ ਉਹ ਪਸੰਦ ਕਰੋਗੇ ਤਾਂ ਅੱਗੇ ਲਾਈਕ ਔਰ ਸ਼ੇਅਰ ਜਿਹੜਾ ਹੈ ਉਹ ਜ਼ਰੂਰ ਕਰ ਦੇਣਾ। ਸੋ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੈਗੇ ਆ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਆ ਅੱਜ ਮਨੁੱਖਤਾ ਦੀ ਜਿਹੜੀ ਹੈ ਉਹ ਕਰਦੇ ਪਏ ਆ। ਇਹ ਗੱਲਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿਹੜੀ ਸਾਡੀ ਇਸ ਟਾਈਮ ਦੇ ਉੱਤੇ ਕਾਮਾ ਰੌਲੀ ਪਈ ਹੋਈ ਆ, ਜੋ ਅਸੀਂ ਜਿਹੜੀ ਲੜੀ ਜਾ ਰਹੀ ਹੈਗੀ ਆ, ਉਹ ਸਿਰਫ ਇੱਕ ਲੜਾਈ ਨੂੰ ਆਪਾਂ ਜੇ ਸਹੀ ਤਰੀਕੇ ਦੇ ਨਾਲ ਦੇਖਣਾ ਹੋਵੇ ਤਾਂ ਅਸੀਂ ਸਹੀ ਦਿਸ਼ਾ ਹੀ ਨਹੀਂ ਲੈ ਪਾ ਰਹੇ। ਇਸ ਕਰਕੇ ਉਸ ਕਾਮਾ ਰੌਲੀ ਦੇ ਵਿੱਚ ਅਸੀਂ ਕੁਝ ਕੱਢ ਪਾ ਨਹੀਂ ਰਹੇ ਹੈਗੇ। ਸਿਰਫ ਆਪਣੀ એનર્ਜੀ ਨੂੰ ਜਿਹੜਾ ਹੈ ਉਹ ਵੇਸਟ ਇਸ ਟਾਈਮ ਦੇ ਉੱਤੇ ਕਰ ਰਹੇ ਹੈਗੇ ਆ। ਸੋ ਸਾਡਾ ਧਿਆਨ ਜਿੱਧਰ ਹੋਣਾ ਚਾਹੀਦਾ ਉਧਰ ਨੂੰ ਸਾਡਾ ਧਿਆਨ ਜਿਹੜਾ ਹੈ ਉਹ ਪੱਖ ਹਲੇ ਅਸੀਂ ਸਖਣਾ ਹੀ ਜਿਹੜਾ ਹੈ ਉਹ ਰੱਖਿਆ ਹੋਇਆ। ਸੋ ਸਾਨੂੰ ਉਸ ਪੱਖ ਨੂੰ ਜ਼ਰੂਰ ਵਿਚਾਰਨਾ ਚਾਹੀਦਾ। ਜ਼ਰੂਰ ਸਾਡੇ ਜਿਹੜੇ ਐਕਟਿਵਿਸਟ ਬੰਦੇ ਨੇ, ਜਿਹੜੇ ਬੁੱਧੀਜੀਵੀ ਨੇ, ਉਹਨਾਂ ਨੂੰ ਸੁਣਨਾ ਚਾਹੀਦਾ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਇੱਥੇ ਸਾਂਝੀ ਕਰਨੀ ਚਾਹਾਂਗਾ ਕਿ ਇਹ ਵਿਚਾਰ ਸਾਡੇ ਬਣਨਗੇ ਤਾਂ ਜੇ ਅਸੀਂ ਆਪਣੇ ਜਿਹੜੇ ਸਰੋਤ ਨੇ ਜਿੱਥੋਂ ਸਾਨੂੰ ਇਹ ਸਾਰਾ ਕੁਝ ਸਿੱਖਣਾ ਚਾਹੀਦਾ, ਉਹਨਾਂ ਦੀ ਸਹੀ ਚੋਣ ਜਿਹੜੀ ਆ ਉਹ ਕਰਨੀ ਚਾਹੀਦੀ ਹੈਗੀ ਆ। ਕਿਉਂਕਿ ਮੈਂ ਡਿਜੀਟਲ ਵਰਲਡ ਦੀ ਗੱਲ ਕੀਤੀ, ਤੁਸੀਂ ਜਿੰਨੇ ਵੀ ਅੱਜ ਤੱਕ ਡਿਜੀਟਲ ਵਰਲਡ ਦੇ ਵਿੱਚ ਲੋਕ ਇਸ ਟਾਈਮ ਦੇ ਉੱਤੇ ਉੱਭਰੇ ਹੋਏ ਦੇਖ ਰਹੇ ਹੈਗੇ ਹੋ, ਤੁਸੀਂ ਉਹਨਾਂ ਨੂੰ ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਦੇਖੋ ਤੇ ਉਹਨਾਂ ਦੇ ਵਿੱਚ ਵੀ ਸਿਰਫ ਆਰਥਿਕਤਾ ਹੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਵੇਗੀ। ਆ ਜਿੰਨੇ ਬਾਬੇ ਨੇ ਤੇ ਜਿੰਨੇ ਆ ਕੇ ਗੱਲਾਂ ਵੱਡੀਆਂ ਕਰਦੇ ਨੇ, ਚਾਹੇ ਉਹ ਧਾਰਮਿਕ ਪੱਖ ਨੂੰ ਲੈ ਕੇ ਕਰਦੇ ਹੋਣ, ਲੇਕਿਨ ਉਹਨਾਂ ਦਾ ਪਿੱਛੇ ਸਾਰਾ ਕੁਝ ਜਿਹੜਾ ਪਿੱਛੇ ਜਾ ਕੇ ਜੁੜਦਾ ਉਹ ਆਰਥਿਕਤਾ ਦੇ ਨਾਲ ਜੁੜਦਾ ਹੈਗਾ। ਉਹਨਾਂ ਵੱਲੋਂ ਜਿਹੜੀ ਆ ਉਹ ਦੁਨੀਆ ਜਿਹੜੀ ਆ ਉਹਦਾ ਕੁਛ ਹੋ ਜਾਵੇ, ਉਹ ਦੁਨੀਆ ਮਰ ਜਾਵੇ, ਖੱਪ ਜਾਵੇ, ਕੁੱਟੀ ਜਾਵੇ, ਲੁੱਟੀ ਜਾਵੇ, ਉਹਨਾਂ ਨੂੰ ਉਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਵਪਾਰ ਆ ਉਹ ਵੱਧ ਫੁੱਲ ਰਿਹਾ, ਉਹਨਾਂ ਨੂੰ ਲੋਕ ਵੇਖ ਰਹੇ ਨੇ, ਲੱਖਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਵਿਊ ਦਿੰਦੇ ਨੇ, ਲੱਖਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਲੋਕ ਸੁਣ ਕੇ ਤੇ ਉਹਨਾਂ ਦੇ ਜਿਹੜੇ ਢਿੱਡ ਨੇ ਉਹ ਭਰਦੇ ਨੇ। ਢਿੱਡ ਹੀ ਨਹੀਂ ਇਕੱਲੇ ਭਰਦੇ, ਉਹਨਾਂ ਦੇ ਅੰਪਾਇਰ ਜਿਹੜੇ ਨੇ ਉਹ ਖੜੇ ਕਰ ਦਿੰਦੇ ਨੇ। ਬਹੁਤ ਸਾਰੇ ਲੋਕ ਨੇ। ਸੋ ਉਹ ਬਾਬਿਆਂ ਦੇ ਰੂਪ ਦੇ ਵਿੱਚ ਤੁਹਾਨੂੰ ਦਿਖ ਜਾਣਗੇ ਪੰਜਾਬ ਦੇ ਵਿੱਚ,
ਜਿਹੜੇ ਵੱਡੇ ਵੱਡੇ ਬਾਬੇ ਨੇ, ਕੁਝ ਮਾਡਰਨ ਬਾਬੇ ਬਣ ਗਏ, ਕੁਝ ਕਹਿੰਦੇ ਜੀ ਅਸੀਂ ਅਪਗ੍ਰੇਡ ਬਣ ਗਏ, ਕੋਈ ਸੰਤਾਂ ਤੋਂ ਭਾਈ ਬਣ ਗਏ, ਕੁਝ ਹੋਰ ਬਣ ਗਏ, ਕੁਝ ਹੋਰ ਸੰਸਥਾਵਾਂ ਬਣ ਗਈਆਂ। ਪਰ ਇਹਦਾ ਸਾਰਾ ਪੱਖ ਆਣ ਕੇ ਆਰਥਿਕਤਾ ਦੇ ਨਾਲ ਜੁੜ ਜਾਂਦਾ ਹੈਗਾ। ਸੋ ਜਿੱਥੇ ਉਹਨਾਂ ਦਾ ਧਾਰਮਿਕ ਪੱਖ, ਜਿੱਥੇ ਮਨੁੱਖ ਤੇ ਮਨੁੱਖਤਾ ਦੀ ਗੱਲ ਹੋਣੀ ਚਾਹੀਦੀ ਸੀ, ਉਹ ਪੱਖ ਉਹਨਾਂ ਦਾ ਮਾਈਨਸ ਹੋ ਗਿਆ। ਗੱਲ ਉਹ ਮਨੁੱਖਤਾ ਦੀ ਕਰਨ ਦੀ ਇੱਕ ਆੜ ਲੈ ਕੇ ਕਰਦੇ ਨੇ, ਪਰ ਲੇਕਿਨ ਉਹਨਾਂ ਦੇ ਵਿੱਚ 1% ਵੀ ਮਨੁੱਖਤਾ ਦੀ ਗੱਲ ਨਹੀਂ ਆ। ਉਹਨਾਂ ਨੇ ਮਨੁੱਖਤਾ ਦੇ ਭਲੇ ਲਈ ਕਦੀ ਕੋਈ ਗੱਲ ਇਹੋ ਜਿਹੀ ਨਾ ਕੀਤੀ ਆ, ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈਗੀ ਆ। ਨਾ ਹੀ ਉਹਨਾਂ ਨੇ ਮਨੁੱਖਤਾ ਦੇ ਭਲੇ ਦੀ ਕੋਈ ਸੇਧ ਦਿੱਤੀ ਹੈਗੀ ਆ, ਕਿਉਂਕਿ ਉਹਨਾਂ ਕੋਲ ਆਪਣੇ ਹੀ ਉਹਨਾਂ ਕੋਲ ਸੇਧ ਨਹੀਂ ਹੈਗੀ। ਉਹਨਾਂ ਦਾ ਸਿਰਫ ਇੱਕੋ ਹੀ ਪੱਖ ਹੈਗਾ ਕਿ ਆਰਥਿਕਤਾ ਦੇ ਪੱਖ ਤੋਂ ਅਸੀਂ ਬਹੁਤ ਵੱਡੇ ਹੋ ਜਾਈਏ, 20 ਬਾਈ ਬਾਡੀਗਾਰਡ ਰੱਖ ਲਈਏ, ਸਾਡੇ ਅੰਗ ਰੱਖਿਅਕ ਜ਼ਿਆਦਾ ਹੋ ਜਾਣ, ਸਾਡੀ ਵੱਧ ਤੋਂ ਵੱਧ ਇੱਥੇ ਇਸ ਡੇਰੇ ਦੀ ਜਿਹੜੀ ਆ ਜ਼ਮੀਨ ਵੱਧ ਤੋਂ ਵੱਧ ਬਣ ਜਾਵੇ, ਤੇ ਲੋਕਾਂ ਨੂੰ ਅਸੀਂ ਮੂਰਖ ਬਣਾ ਕੇ ਆਪਣਾ ਆਰਥਿਕ ਪੱਖ ਮਜ਼ਬੂਤ ਕਰਕੇ ਆਪਣੇ ਤੌਰ ਦੇ ਉੱਤੇ ਅਸੀਂ ਜਿਹੜਾ ਹੈ ਉਹ ਰਾਜਿਆਂ ਵਰਗੀ ਜ਼ਿੰਦਗੀ ਜਿਹੜੀ ਆ ਉਹ ਜੀਏ। ਪਰ ਮਨੁੱਖ ਕਿੱਥੇ ਆ? ਮਨੁੱਖ ਉੱਥੇ ਮਾਈਨਸ ਆ ਬਿਲਕੁਲ। ਲੇਕਿਨ ਇੱਥੇ ਸੋਚਣ ਵਾਲੀ ਗੱਲ ਇੱਕ ਆਮ ਜਿਹੜਾ ਮਨੁੱਖ ਹੈਗੀ ਆ ਉਹਦੀ ਵੀ ਹੈ, ਉਹਦੀ ਵੀ ਆਪਣੀ ਇੱਕ ਵੈਲਿਊ ਆ। ਜੇ ਉਹ ਸਮਝੇ ਤਾਂ, ਜੇ ਉਹ ਸੋਚੇ ਤਾਂ, ਉਹ ਇੱਕ ਗਿਣਤੀ ਦੇ ਰੂਪ ਦੇ ਵਿੱਚ, ਇਕੱਠੇ ਰੂਪ ਦੇ ਵਿੱਚ ਦੇਖੇ ਤਾਂ ਇਹ ਸਾਰੀ ਚੀਜ਼ ਨੂੰ ਬਦਲ ਸਕਦਾ ਮਨੁੱਖ, ਇਸ ਦੇ ਪੱਖ, ਇਸ ਦੇ ਉਲਟ ਖੜ ਸਕਦਾ ਹੈਗਾ। ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਸ ਭੀੜ ਦਾ ਹਿੱਸਾ ਹੀ ਬਣ ਜਾਈਏ, ਅਸੀਂ ਅਲੱਗ ਕੁਛ ਨਾ ਕਰੀਏ, ਅਲੱਗ ਕੁਛ ਨਾ ਦੇਖੀਏ। ਜਿੱਦਾਂ ਸਾਡੇ ਮੀਡੀਆ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਖਬਰਾਂ ਪੜ੍ਹਦੇ ਨੇ, ਚਟਕੋਰੀਆਂ ਖਬਰਾਂ ਦਿੰਦੇ ਨੇ, ਚਟਕੋਰਾ ਸਾਰਾ ਕੁਝ ਲਿਆ ਕੇ ਪੇਸ਼ ਕਰਕੇ, ਕੋਈ ਨਾ ਕੋਈ ਕੰਟਰੋਵਰਸੀ ਵਾਲੀ ਗੱਲ ਕਰਕੇ ਤੁਹਾਡੇ ਸਾਹਮਣੇ ਰੱਖ ਕੇ ਤੇ ਲੱਖਾਂ ਵਿਊ ਆਪਣੇ ਲੈ ਕੇ ਤੇ ਉਹ ਪਾਸੇ ਹੋ ਜਾਂਦੇ ਨੇ। ਤੇ ਜਿੱਥੇ ਅਸੀਂ ਕੋਈ ਸੱਚੀ ਸੁੱਚੀ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਉਹ ਪਰਦੇ ਫਰੋਲਣ ਦੀ ਗੱਲ ਕਰਦੇ ਆ, ਉੱਥੇ ਲੋਕ ਜਿਹੜੇ ਨੇ ਉਹਨਾਂ ਦੀ ਕੋਸ਼ਿਸ਼ ਇਹ ਰਹਿ ਜਾਂਦੀ ਹੈਗੀ ਆ ਕਿ ਨਹੀਂ ਯਾਰ ਇਹ ਤਾਂ ਪੱਖ ਜਿਹੜਾ ਹੈ ਕਾਹਨੂੰ ਸੁਣਨਾ, ਇਹ ਤਾਂ ਸਾਡੀ ਕੋਈ ਸਮਝ ਤੋਂ ਹੀ ਬਾਹਰ ਹੈਗਾ, ਇਹ ਗੱਲਾਂ ਸਾਡੇ ਸੁਣਨ ਵਾਲੀਆਂ ਹੀ ਨਹੀਂ ਆ, ਜਾਂ ਇਹ ਕਿਸੇ ਹੋਰ ਹੀ ਦੁਨੀਆ ਦੀਆਂ ਗੱਲਾਂ ਨੇ, ਸਾਡੇ ਤਾਂ ਇਹ ਕਿਸੇ ਕੰਮ ਨਹੀਂ ਆਉਣੀਆਂ ਹੈਗੀਆਂ। ਸੋ ਜਦੋਂ ਅਸੀਂ ਇਹੋ ਜਿਹੇ ਸਰੋਤਾਂ ਤੋਂ ਮੂੰਹ ਮੋੜ ਲੈਨੇ ਹੈਗੇ ਆ ਤਾਂ ਫਿਰ ਉਸ ਟਾਈਮ ਦੇ ਉੱਤੇ ਮਨੁੱਖਤਾ ਦਾ ਭਲਾ ਕਿੱਥੇ ਹੋਏਗਾ, ਜਿਸ ਦੇ ਉੱਤੇ ਸਾਨੂੰ ਖੜਨਾ ਚਾਹੀਦਾ, ਜਿੱਥੇ ਸਾਨੂੰ ਵਿਚਾਰਕ ਤੌਰ ਦੇ ਉੱਤੇ ਵੀ ਜਿਹੜਾ ਹੈ ਉਹ ਖੜਨਾ ਚਾਹੀਦਾ ਹੈਗਾ। ਬਾਕੀ ਸਾਰੇ ਪੱਖ ਇਹਦੇ ਥੱਲੇ ਆ ਜਾਣਗੇ, ਸਾਰਾ ਕੁਛ ਇਹਦੇ ਥੱਲੇ ਲਪੇਟਿਆ ਜਾਏਗਾ। ਜਿੰਨੀ ਵੀ ਹੁਣ ਤੱਕ ਜਿਹੜੇ ਵੀ ਕੋਈ ਲੀਡਰ, ਕੋਈ ਨੌਜਵਾਨ ਲੀਡਰ ਵੀ ਉੱਭਰ ਕੇ ਬਾਹਰ ਆਉਂਦੇ ਨੇ, ਜਿਨ੍ਹਾਂ ਦੇ ਲੋਕ ਨੌਜਵਾਨ ਵੀ ਮਗਰ ਲੱਗੇ ਨੇ, ਜਦੋਂ ਉਹਨਾਂ ਦਾ ਤੁਸੀਂ ਪੱਖ ਦੇਖਦੇ ਹੋ ਜਾਂ ਉਹਨਾਂ ਦਾ ਤੁਸੀਂ ਵਿਚਾਰ ਸੁਣਦੇ ਹੋ ਤਾਂ ਕਿਤੇ ਨਾ ਕਿਤੇ ਆ ਕੇ ਉਹਨਾਂ ਦੇ ਵਿੱਚ ਕਈ ਸ਼ੰਕੇ ਪੈਦਾ ਹੋ ਜਾਂਦੇ ਨੇ। ਕੋਈ ਟਿਕਟੌਕ ਦੇ ਉੱਤੇ ਸ਼ੰਕੇ ਪੈਦਾ ਕਰਨ ਲੱਗਿਆ ਹੋਇਆ, ਕੋਈ ਇੰਸਟਾਗ੍ਰਾਮ ਤੇ ਸ਼ੰਕੇ ਪੈਦਾ ਕਰਨ ਲੱਗਿਆ, ਕੋਈ ਫੇਸਬੁੱਕ ਤੇ ਲੱਗਿਆ, ਕੋਈ YouTube ਤੇ ਲੱਗਿਆ, ਕੋਈ ਗੁਰੂਆਂ ਦੇ ਉੱਤੇ ਉਲਟ ਪੁਲਟ ਬੋਲੀ ਜਾ ਰਿਹਾ ਹੈਗਾ, ਕੋਈ ਜਿਹੜੇ ਯੋਧੇ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਜਾਨ ਦੇ ਦਿੱਤੀ, ਆਪਣੇ ਆਪ ਨੂੰ ਕੁਰਬਾਨ ਕਰਤਾ, ਉਹਨਾਂ ਵਾਸਤੇ ਉਹਨਾਂ ਦੇ ਉਲਟ ਜਿਹੜਾ ਉਹ ਬੋਲੀ ਜਾ ਰਿਹਾ। ਉਹ ਲੜੇ ਤਾਂ ਉਹ ਮਨੁੱਖਤਾ ਵਾਸਤੇ ਸੀ ਨਾ, ਉਹ ਕਾਹਦੇ ਵਾਸਤੇ ਲੜ ਗਏ ਸੀਗੇ? ਉਹ ਆਪਣੀ ਕੋਈ ਜਾਇਦਾਦ ਵਾਸਤੇ ਲੜ ਗਏ ਸੀ? ਉਹ ਆਪਣੀ ਕੋਈ ਕਿਸੇ ਅੰਪਾਇਰ ਵਾਸਤੇ ਲੜ ਕੇ ਗਏ ਨੇ? ਆਪਣੀ ਜਾਨ ਦੇ ਦੇਣੀ ਕੋਈ ਸੌਖੀ ਗੱਲ ਥੋੜੀ ਹੁੰਦੀ ਆ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਕੋਈ ਸੌਖੀ ਗੱਲ ਥੋੜੀ ਹੁੰਦੀ ਆ। ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਉਹ ਤਾਂ ਜੀ ਉਹ ਆਪਣੇ ਤੌਰ ਦੇ ਉੱਤੇ ਲੜ ਗਏ ਜੀ, ਉਹ ਤਾਂ ਸਾਨੂੰ ਤੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ। ਆ ਬੈਠੇ ਨੇ ਬੀਬੀਆਂ ਦੜਿਆਂ ਵਾਲੇ, ਕਈ ਵਾਰੀ ਬੜਾ ਮਹਿਸੂਸ ਹੁੰਦਾ, ਟਿਕਟੌਕ ਤੇ ਦੇਖੀਦਾ ਕਈ ਲੋਕਾਂ ਨੂੰ ਇਹੋ ਜਿਹੀ ਬਕਵਾਸ ਕਰਦੇ ਨੇ, ਆ ਫੇਸਬੁੱਕ ਤੇ ਦੇਖੀਦਾ ਲੋਕਾਂ ਨੂੰ, YouTube ਦੇ ਉੱਤੇ ਦੇਖੀਦਾ, ਹੋਰ ਕਈ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਦੇਖੀਦਾ, ਜੋ ਆਇਆ ਮੂੰਹ ਦੇ ਵਿੱਚ ਜਿਹੜਾ ਉਹ ਬੋਲੀ ਚਲੀ ਜਾ ਰਹੇ ਹੈਗੇ ਨੇ। ਕੋਈ ਉਹਨਾਂ ਨੂੰ ਉਸ ਚੀਜ਼ ਦਾ ਗਿਆਨ ਨਹੀਂ ਕਿ ਭਾਈ ਜਿਹੜੇ ਸਾਡੇ ਵਾਸਤੇ ਲੜ ਮਰ ਗਏ ਨੇ ਉਹਨਾਂ ਨੂੰ ਸਾਨੂੰ ਸੋਚਣਾ ਚਾਹੀਦਾ, ਉਹਨਾਂ ਵਾਸਤੇ ਸਾਨੂੰ ਸੋਚਣਾ ਚਾਹੀਦਾ ਕਿ ਉਹ ਲੜੇ ਕਾਹਦੇ ਵਾਸਤੇ, ਉਹ ਕਾਹਦੇ ਵਾਸਤੇ ਲੜੇ? ਉਹ ਮਨੁੱਖਤਾ ਵਾਸਤੇ ਲੜੇ, ਉਹ ਕੋਈ ਆਪਣਾ ਆਰਥਿਕ ਪੱਖ ਮਜ਼ਬੂਤ ਕਰਨ ਨੂੰ ਲੜੇ। ਤੇ ਜਿਹੜੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਲੜੇ ਤੇ ਜਿਹੜੇ ਕੁਰਸੀਆਂ ਮਾਣ ਰਹੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਉਹਨਾਂ ਦੇ ਨਾਲ ਤਸਵੀਰਾਂ ਖਿਚਾਉਂਦੇ ਹੋ, ਉਹਨਾਂ ਨਾਲ ਫੋਟੋਆਂ ਵੀ ਆਪਣੀਆਂ ਪਾਉਂਦੇ ਹੋ, ਉਹਨਾਂ ਨੂੰ ਤੁਸੀਂ ਰੋਲ ਮਾਡਲ ਜਿਹੜਾ ਉਹ ਮੰਨੀ ਬੈਠੇ ਹੈਗੇ ਹੋ। ਸੋ ਮਨੁੱਖਤਾ ਦਾ ਬਚਣਾ ਜਿਹੜਾ ਹੈ ਉਹ ਜ਼ਰੂਰੀ ਇਸ ਕਰਕੇ ਹੈਗਾ ਕਿ ਜੇ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਸੰਭਾਲੇ, ਇਸ ਜਿਹੜੀ ਸਾਰੀ ਚੱਲਦੀ ਹੋਈ ਡਿਜੀਟਲ ਵਰਲਡ ਦੀ ਜਿਹੜੀ ਲੜਾਈ ਹੈਗੀ ਆ ਉਹਦੇ ਵਿੱਚੋਂ। ਸੋ ਮਨੁੱਖ ਤਾਂ ਬਚ ਸਕਦਾ ਹੈਗਾ ਜੇ ਉਹ ਕਿਸੇ ਸੱਚੀ ਸੁੱਚੀ ਵਿਚਾਰਧਾਰਾ,
ਸੱਚੇ ਸੁੱਚੇ ਉਸ ਧਾਰਮਿਕ ਪੱਖ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣੇ, ਪਹਿਚਾਣੇ, ਉਹਦੀ ਡੂੰਘਾਈ ਤੱਕ ਜਾਣੇ, ਉਹਨੂੰ ਸਮਝੇ। ਉਹਦੇ ਵਿੱਚ ਸਾਰਾ ਕੁਛ ਹੀ ਜਿਹੜਾ ਮੌਜੂਦ ਆ ਜਾਂਦਾ ਹੈਗਾ। ਉਹਦੇ ਵਿੱਚ ਕੁਦਰਤ ਵੀ ਆ ਜਾਂਦੀ ਹੈਗੀ ਆ, ਉਹਦੇ ਵਿੱਚ ਪੌਣ ਪਾਣੀ ਵੀ ਆ ਜਾਂਦਾ ਹੈਗਾ, ਉਹਦੇ ਵਿੱਚ ਤੁਹਾਡੀ ਆਰਥਿਕਤਾ ਵੀ ਆ ਜਾਂਦੀ ਆ, ਉਹਦੇ ਵਿੱਚ ਤੁਹਾਡਾ ਸਾਰਾ ਕੁਛ ਹੀ ਆ ਜਾਂਦਾ। ਮਨੁੱਖ ਦਾ ਚੰਗਾ ਜੀਵਨ ਵੀ ਆ ਜਾਂਦਾ, ਜਿੱਥੇ ਆਣ ਕੇ ਮਨੁੱਖ ਠਹਿਰ ਸਕਦਾ, ਸਹਿਣਸ਼ੀਲਤਾ ਆ ਸਕਦੀ ਹੈਗੀ ਆ। ਲੇਕਿਨ ਅਸੀਂ ਜਿਹੜਾ ਹੈ ਉਹ ਜਿਸ ਪੱਖ ਨੂੰ ਲੜ ਰਹੇ ਹੈਗੇ ਆ, ਉਹ ਪੱਖ ਜਿਹਦੇ ਨਾਲ ਲੜ ਰਹੇ ਆ ਉਹ ਤੇ ਬਹੁਤ ਚਟਾਨ ਵੱਡੀ ਆ। ਉਸ ਚਟਾਨ ਨੂੰ ਖੋਰਨ ਵਾਸਤੇ ਉਹਦਾ ਐਂਟੀਡੋਟ ਜਿਹੜਾ ਹੈਗਾ ਉਹ ਸਾਡੀ ਇੱਕ ਸਟਰੋਂਗ ਵਿਚਾਰਧਾਰਾ ਹੋਣੀ ਚਾਹੀਦੀ ਆ। ਤੁਸੀਂ ਉਹਨੂੰ ਇਸ ਪੱਖ ਤੋਂ ਤੋੜ ਨਹੀਂ ਸਕਦੇ। ਇੱਕ ਗੌਰਮੈਂਟ ਕਾਨੂੰਨ ਬਣਾ ਜਾਂਦੀ ਆ ਤੇ 9 ਮਹੀਨੇ ਤੋਂ 700 ਬੰਦਾ ਉੱਥੇ ਜਿਹੜਾ ਉਹ ਮਰ ਖੱਪ ਜਾਂਦਾ, ਤੇ ਕਿੰਨੇ ਬੰਦੇ ਉੱਥੇ ਬਿਮਾਰ ਹੋ ਜਾਂਦੇ ਨੇ, ਤੇ ਕਿੰਨੇ ਬੰਦੇ ਉੱਥੇ ਮੀਂਹ ਧੁੱਪਾਂ 'ਚ ਰੁਲ ਜਾਂਦੇ ਨੇ, ਤੇ ਉਹਨਾਂ ਦੇ ਉੱਤੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ ਹੈਗੀ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਲੋਕਾਂ ਨੂੰ ਮਨੁੱਖਤਾ ਵਾਸਤੇ ਪਿਆਰ ਕਿੰਨਾ ਕੁ ਹੈ ਤੇ ਮਨੁੱਖਤਾ ਵਾਸਤੇ ਉਹਨਾਂ ਦੇ ਵਿੱਚ ਭਾਵਨਾ ਕਿੰਨੀ ਕੁ ਹੈਗੀ ਆ। ਸੋ ਜਦੋਂ ਆਪਾਂ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਸਾਰਾ ਕੁਝ ਸਾਹਮਣੇ ਦੇਖਦੇ ਹਾਂ, ਸੋ ਉੱਥੇ ਸਾਨੂੰ ਫਿਰ ਮਨੁੱਖ ਦਾ ਪਾਰਟ ਅੱਗੇ ਰੱਖਣਾ ਪਏਗਾ। ਆਰਥਿਕਤਾ ਦਾ ਪੱਖ ਅੱਗੇ ਰੱਖ ਕੇ ਤੁਸੀਂ ਉਹਨਾਂ ਤੋਂ ਜਿੱਤ ਨਹੀਂ ਸਕਦੇ ਹੈਗੇ। ਉੱਥੇ ਤੁਹਾਨੂੰ ਫਿਰ ਆਪਣੀ ਜਿਹੜੀ ਅਸਲੀ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ, ਗੁਰੂ ਸਾਹਿਬ ਵੱਲ ਮੁੱਖ ਜਿਹੜੇ ਉੱਥੇ ਬੁਲਾਰੇ ਆਣ ਕੇ ਬੋਲ ਕੇ ਜਾਂਦੇ ਨੇ, ਉਹਨਾਂ ਨੂੰ ਕਿੱਦਾਂ ਉਹਨਾਂ ਦਾ ਨਿਰਾਦਰ ਕਰਦੇ ਨੇ, ਕਿੱਦਾਂ ਉਹਨਾਂ ਨੂੰ ਬੇਇੱਜ਼ਤ ਕਰਦੇ ਨੇ ਉਹ ਲੋਕ, ਬੇਸਮਝੇ ਲੋਕ, ਮੋਟੇ ਦਿਮਾਗ ਦੇ ਲੋਕ, ਜਿਹੜੇ ਲੋਕਾਂ ਨੂੰ ਜਿਹੜੇ ਅੱਜ ਤੱਕ ਇਹ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਜੀ 50 ਸਾਲ ਦਾ ਤਜਰਬਾ, ਸਾਡੇ ਕੋਲ 45 ਸਾਲ ਦਾ ਤਜਰਬਾ, 40-45 ਸਾਲਾਂ 'ਚ ਤੁਸੀਂ ਖੱਟਿਆ ਕੀ ਹੈ ਹੁਣ ਤੱਕ ਤੁਸੀਂ ਮਨੁੱਖਤਾ ਦੇ ਭਲੇ ਵਾਸਤੇ ਕੀਤਾ ਕੀ? ਕਿਹੜਾ ਆਰਥਿਕ ਪੱਖ ਤੁਸੀਂ ਮਜ਼ਬੂਤ ਕਰਤਾ, ਜਿੱਥੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਆਪਣੇ ਗਲ ਦੇ ਵਿੱਚ ਜਿਹੜੀਆਂ ਨੇ ਕੋਈ ਦਵਾਈ ਪੀ ਕੇ ਮਰ ਗਿਆ, ਕੋਈ ਵਿਚਾਰਾ ਫਾਹ ਲੈ ਕੇ ਮਰ ਗਿਆ, ਉਹ ਤੁਹਾਡੇ ਆਰਥਿਕ ਪੱਖ ਤੋਂ ਹੀ ਮਰ ਗਿਆ ਨਾ, ਉਸ ਪੱਖ ਤੋਂ ਹੀ ਮਰ ਗਿਆ। ਕਿਹੜਾ ਆਰਥਿਕ ਪੱਖ ਤੁਸੀਂ ਮਜ਼ਬੂਤ ਕਰ ਲਿਆ ਸੀਗਾ? ਕਿਹੜੀ ਤੁਸੀਂ ਦੇਣ ਜਿਹੜੀ ਉਹ ਦੇ ਦਿੱਤੀ? ਤੇ ਭਾਈ ਜਿੱਥੇ ਮਨੁੱਖਤਾ ਦੀ ਗੱਲ ਹੋ ਰਹੀ ਹੋਵੇ, ਫਿਰ ਤੁਸੀਂ ਉਸ ਪੱਖ ਨੂੰ ਹੀ ਪਰਨਾਏ ਜਾਓ। ਸੋ ਇਹ ਲੜਾਈਆਂ ਜਿਹੜੀਆਂ ਇਸ ਟਾਈਮ ਦੇ ਉੱਤੇ ਲੜੀਆਂ ਜਾ ਰਹੀਆਂ ਨੇ, ਇਹਨਾਂ ਨੂੰ ਸਮਝਣ ਦੀ ਜ਼ਰੂਰਤ ਆ, ਇਹਨੂੰ ਸੋਚਣ ਦੀ ਜ਼ਰੂਰਤ ਹੈਗੀ ਆ, ਇਸ ਨੂੰ ਵਿਚਾਰਨ ਦੀ ਜ਼ਰੂਰਤ ਹੈਗੀ ਆ, ਇਹਦਾ ਅਸਲੀ ਪੱਖ ਤੇ ਅਸਲੀ ਤਸਵੀਰ ਪਛਾਣਨ ਦੀ ਜ਼ਰੂਰਤ ਆ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਆਪਾਂ ਹੁਣ ਸੋਮਵਾਰ ਨੂੰ ਤੁਹਾਨੂੰ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਸਾਂਝ ਪਾਵਾਂਗੇ। ਸੋ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ ਜੀ, ਤੇ ਆਪਾਂ ਮਿਲਦੇ ਹਾਂ ਜੀ ਹੁਣ ਸੋਮਵਾਰ। ਸੋ ਤੁਹਾਡੀ ਤੰਦਰੁਸਤੀ ਦੀ ਅਸੀਂ ਅਰਦਾਸ ਕਰਦੇ ਹੈਗੇ ਆ, ਜਿਉਂਦੇ ਵਾਸਤੇ ਰਹੋ। ਸੋ ਮਿਲਾਂਗੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ, ਅਗਰ ਪ੍ਰਮਾਤਮਾ ਨੇ ਸਾਹ ਬਖਸ਼ੇ। ਸੋ ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।